ਮੀਡੀਆ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਗੁਰਦੀਸ਼ਪਾਲ ਕੌਰ ਬਾਜਵਾ ਵੱਲੋਂ ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਬਲਬੀਰ ਢਿੱਲੋਂ ਜੀ ਵੱਲੋਂ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੋ ਗੱਲਾਂ ਕਰੀਏ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਕਵਿਤਾ ਦੇ ਨਾਲ ਵਾਬਸਤਾ ਇੱਕ ਖਾਸ ਸ਼ਖਸੀਅਤ ਬਲਬੀਰ ਢਿੱਲੋਂ ਜੋ ਕਿ ਕੈਨੇਡਾ ਸਰੀ ਤੋਂ ਖਾਸ ਤੌਰ ਤੇ ਮੀਡੀਆ ਪੰਜਾਬ ਦੇ ਸਟੂਡੀਓ ਦੇ ਵਿੱਚ ਪਹੁੰਚੇ ਹਨ। ਦਰਸ਼ਕਾਂ ਦੇ ਨਾਲ ਉਹਨਾਂ ਨੂੰ ਰੂਬਰੂ ਕਰਾਵਾਂਗੇ, ਗੱਲਾਂ ਬਾਤਾਂ ਕਰਨਗੇ ਆਪਣੀ ਜ਼ਿੰਦਗੀ ਬਾਰੇ, ਆਪਣੇ ਵੱਲੋਂ ਰਚੀਆਂ ਹੋਈਆਂ ਕਵਿਤਾਵਾਂ ਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਕਰਨਗੇ ਤੇ ਨਾਲ ਬਹੁਤ ਸਾਰੀਆਂ ਹੋਰ ਜੀਵਨ ਨਾਲ ਸੰਬੰਧਿਤ ਗੱਲਾਂ ਜਿਹੜੀਆਂ ਨੇ ਉਹ ਵੀ ਅਸੀਂ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ। ਬਲਬੀਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਔਰ ਤੁਹਾਨੂੰ ਨਿੱਘੀ ਜੀ ਆਇਆਂ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਦੱਸ ਦਈਏ ਆਪਣੇ ਸਰੋਤਿਆਂ ਨੇ ਕਿ ਦੋ ਤੁਹਾਡੀਆਂ ਪੁਸਤਕਾਂ, ਪਹਿਲੀ ਕਿਤਾਬ ਜ਼ਿੰਦਗੀ ਔਰ ਦੂਸਰੀ ਇਹ ਹਵਾ ਜਿਹੜੀ ਤੁਸੀਂ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੇ ਹੋ, ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਵਿਸ਼ਾ ਜਿਹੜਾ ਅਣਛੂਇਆ ਰਹਿ ਗਿਆ ਹੋਵੇ ਜਿਸ ਨੂੰ ਤੁਸੀਂ ਨਾ ਛੂਹਿਆ ਹੋਵੇ, ਇਸ ਤਰ੍ਹਾਂ ਦੀ ਗੱਲ ਹੋਵੇ। ਔਰ ਇਸ ਤੋਂ ਪਹਿਲਾਂ ਕਿ ਮੈਂ ਇਹ ਗੱਲਾਂ ਕਰੀ ਜਾਵਾਂ, ਸਭ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਜੀਵਨ ਬਾਰੇ ਕੁਝ ਦੱਸੋ। ਹਾਂਜੀ, ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਮੇਰਾ ਜਨਮ ਜਲੰਧਰ ਦੇ ਪਿੰਡ ਮਿੱਠਾਪੁਰ ਦਾ ਹੈ ਜੀ। ਅਤੇ ਮੈਂ 1994 ਵਿੱਚ ਕੈਨੇਡਾ ਚਲ ਗਈ ਸੀਗੀ। ਠੀਕ ਹੈ। ਮੇਰੀ ਪੜ੍ਹਾਈ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੜ੍ਹੀ ਹਾਂ। ਠੀਕ ਹੈ ਜੀ। BA ਫਸਟ ਈਅਰ ਕਲੀਅਰ ਕੀਤੀ ਸੀ, ਉਦੋਂ ਹੀ ਬਾਹਰ ਜਾਣ ਦਾ ਸਬੱਬ ਬਣਿਆ ਤੇ ਫਿਰ ਮੈਂ 1994 ਵਿੱਚ ਕੈਨੇਡਾ ਚਲ ਗਈ ਸੀਗੀ। ਅੱਛਾ, ਠੀਕ ਹੈ ਜੀ। ਤੇ ਉਦੋਂ ਤੋਂ ਤੁਸੀਂ ਹੁਣ ਕੈਨੇਡਾ ਹੀ ਰਹਿ ਰਹੇ ਹੋ ਪੱਕੇ ਤੌਰ ਤੇ, ਜਾਨੀ ਤੁਸੀਂ ਵੀ ਪ੍ਰਵਾਸੀ ਭਾਰਤੀਆਂ ਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰ ਰਿਹਾ ਹੈ। ਲੰਮੇ ਅਰਸੇ ਤੋਂ ਤੁਸੀਂ ਵਿਦੇਸ਼ਾਂ ਦੀ ਜ਼ਿੰਦਗੀ ਦੇ ਨਾਲ ਜਿਹੜੇ ਜੂਝ ਰਹੇ ਔਰ ਜੀਵਨ ਨੂੰ ਲੱਭਣ ਦੀ ਤਲਾਸ਼ ਦੇ ਵਿੱਚ। ਤੇ ਜਿਹੜੀ ਕਵਿਤਾ ਦੀ ਗੱਲ ਹੈ, ਕਵਿਤਾ ਤੁਹਾਡੇ ਜ਼ਿੰਦਗੀ ਦੇ ਵਿੱਚ ਕਦੋਂ ਆਈ? ਕਵਿਤਾ ਐਕਚੁਅਲੀ ਕੈਨੇਡਾ ਜਾਣ ਤੋਂ ਬਾਅਦ ਕਈ ਵਾਰੀ ਬਹੁਤ ਆਪਣੇ ਆਪ ਨੂੰ ਅਲੋਨ ਫੀਲ ਕਰਦੇ ਸੀ। ਕਈ ਵਾਰੀ ਉਹ ਗੱਲਾਂ ਤੁਸੀਂ ਆਪਣੇ ਆਲੇ ਦੁਆਲੇ ਲੋਕਾਂ ਨਾਲ ਜਿਹੜੀਆਂ ਸ਼ੇਅਰ ਨਹੀਂ ਸੀ ਕਰ ਸਕਦੇ, ਉਦੋਂ ਤੋਂ ਫਿਰ ਮੈਨੂੰ ਲਿਖਣ ਦੀ ਆਦਤ ਪੈ ਗਈ ਸੀ। ਤੇ ਫਿਰ ਜਿਹੜੇ ਵੀ ਦਿਲ ਦੇ ਬਲਬਲੇ ਸੀ ਉਹਨਾਂ ਨੂੰ ਫਿਰ ਮੈਂ ਲਿਖਣ ਦੇ ਨਾਲ ਉਹਨਾਂ ਨੂੰ ਲਿਖ ਕੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਮਹਿਸੂਸ ਕੀਤਾ ਜਦੋਂ ਤੁਸੀਂ ਪੰਜਾਬ ਤੋਂ ਗਏ, ਮਾਈਗ੍ਰੇਟ ਕੀਤਾ ਹੈ ਕੈਨੇਡਾ ਦੇ ਵਿੱਚ, ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਉਸ ਸਮਾਜ ਤੇ ਇਸ ਸਮਾਜ ਦੇ ਵਿੱਚ ਇੱਕ ਖਲਾ ਆ, ਇੱਕ ਬੜਾ ਵੱਡਾ ਫਰਕ ਆ? ਬਿਲਕੁਲ, ਬਹੁਤ ਵੱਡਾ, ਜ਼ਮੀਨ ਆਸਮਾਨ ਦਾ ਫਰਕ ਕਹਿ ਸਕਦੇ ਤੁਸੀਂ। ਔਰ ਠੀਕ ਹੈ, ਇੱਥੇ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਆਪਣਾ ਦੁੱਖ ਸੁੱਖ ਆਪਣਿਆਂ ਨਾਲ ਵਧੇਰੇ ਨੇੜੇ ਹੋ ਕੇ ਖੋਲ ਸਕਦੇ ਹੋ। ਔਰ ਉੱਥੇ ਤੁਸੀਂ ਕੀ ਮਹਿਸੂਸ ਕੀਤਾ ਕਿ ਕੁਝ ਲੋਕ ਸੁਭਾਵਿਕ ਤੌਰ ਤੇ ਵੱਖਰੇ ਨੇ ਆਪਣੇ, ਜਾਂ ਕਿਸ ਤਰ੍ਹਾਂ ਦਾ ਜਿਹੜਾ ਫਰਕ ਹੈ? ਤੁਸੀਂ ਦੱਸੋ ਸਾਡੀਆਂ ਭੈਣਾਂ ਨੂੰ ਕਿ ਉਹ ਕੀ ਮਹਿਸੂਸ ਕਰਦੀਆਂ ਇਸ ਬਾਰੇ। ਐਕਚੁਅਲੀ ਮੈਂ ਇੱਦਾਂ ਫੀਲ ਕੀਤਾ ਕਿ ਤੁਸੀਂ ਬਿਲਕੁਲ ਇਕੱਲੇ ਹੋ ਜਾਂਦੇ ਆ, ਕਿ ਤੁਸੀਂ ਜਿਹੜਾ ਵਾਤਾਵਰਨ ਪਿੱਛੇ ਛੱਡ ਕੇ ਆਏ ਆ ਉਹ ਵਾਤਾਵਰਨ ਤੁਹਾਨੂੰ ਬਾਹਰਲੀਆਂ ਕੰਟਰੀਆਂ ਵਿੱਚ ਜਦੋਂ ਤੁਸੀਂ ਜਾਂਦੇ ਉੱਥੇ ਨਹੀਂ ਮਿਲਦਾ ਹੈਗਾ। ਠੀਕ ਹੈ। ਤੁਸੀਂ ਜਿਸ ਦੇਸ਼ ਦੇ ਵਿੱਚ ਤੁਸੀਂ ਗਏ, ਕੈਨੇਡਾ, ਅਸੀਂ ਉਸਨੂੰ ਪੰਜਾਬੀਆਂ ਦਾ ਗੜ ਮੰਨਦੇ ਹਾਂ ਕਿਉਂਕਿ ਅਸੀਂ ਤਾਂ ਜਰਮਨੀ 'ਚ ਬੈਠੇ ਆ ਨਾ। ਔਰ ਜਦੋਂ ਸਾਡੇ ਇੱਥੇ ਕੋਈ ਗੱਲ ਹੁੰਦੀ ਹੈ ਤੇ ਇੱਥੇ ਤਾਂ ਅਸੀਂ ਬਹੁਤ ਇਕੱਲੇ ਆ। ਬਹੁਤ ਵੱਡਾ ਇੱਕ ਭਾਸ਼ਾ ਦਾ ਟਾਬੂ ਹੈ ਇੱਥੇ, ਮਤਲਬ ਅਲੱਗ ਡਿਫਰੈਂਟ ਜਿਹੜੀ ਲੈਂਗੁਏਜ ਆ। ਔਰ ਉਸ ਤੋਂ ਬਾਅਦ ਦੂਸਰੀ ਗੱਲ ਆ ਗਈ ਕਿ ਸਾਡੇ ਲੋਕਾਂ ਦੀ ਗਿਣਤੀ ਬਹੁਤ ਘੱਟ ਆ। ਪਰ ਜਿਵੇਂ ਤੁਸੀਂ ਕੈਨੇਡਾ, ਸਰੀ, ਵੈਨਕੂਵਰ, ਜਿੱਥੇ ਕਹਿੰਦਾ ਵੀ ਆਪਣਿਆਂ ਦਾ ਇੱਕ ਗੜ ਆ, ਤੇ ਤੁਸੀਂ ਉੱਥੇ ਵੀ ਇਹ ਵਿਸ਼ਲੇਸ਼ਣ ਕੀਤਾ ਕਿ ਕਿਤੇ ਨਾ ਕਿਤੇ ਜਿਹੜੇ ਆਪਣਿਆਂ ਦਾ ਜਿਹੜਾ ਇੱਕ ਖਲਾ ਆ ਉਹ ਤੁਹਾਨੂੰ ਨਜ਼ਰ ਆਇਆ ਤੇ ਇਸ ਨੇ ਤੁਹਾਨੂੰ ਕਵਿਤਾ ਵੱਲ ਪ੍ਰੇਰਿਤ ਕੀਤਾ। ਤੇ ਇਸ ਨੂੰ ਲੈ ਕੇ ਤੁਸੀਂ ਕਵਿਤਾ ਦੀ ਉਂਗਲ ਫੜੀ। ਔਰ ਤੁਸੀਂ ਦੱਸਿਆ ਕਿ ਤੁਸੀਂ ਖਾਲਸਾ ਕਾਲਜ ਜਲੰਧਰ ਤੋਂ ਆਪਣੀ ਐਜੂਕੇਸ਼ਨ ਲਈ, ਤੇ ਉਹ ਵੀ ਕਾਲਜ ਜਾਂ ਉਹ ਵੀ ਜਿਹੜਾ ਸਮਾਂ ਆ, ਉਸ ਸਮੇਂ ਦੇ ਵਿੱਚ ਕਦੀ ਕਵਿਤਾ ਦਾ ਖਿਆਲ ਆਇਆ? ਨਹੀਂ, ਐਕਚੁਅਲੀ ਉਦੋਂ ਮੈਂ ਪੜ੍ਹਦੀ ਬਹੁਤ ਹੁੰਦੀ ਸੀ। ਮੈਨੂੰ ਪੰਜਾਬੀ ਜਿੱਦਾਂ ਇਲੈਕਟਿਵ ਪੰਜਾਬੀ 'ਚ ਭਾਈ ਵੀਰ ਸਿੰਘ ਉਹਨਾਂ ਦੀਆਂ ਕਵਿਤਾਵਾਂ ਦਿਲ ਨੂੰ ਬਹੁਤ ਛੂਹਦੀਆਂ ਹੁੰਦੀਆਂ ਸੀ। ਤੇ ਉਦੋਂ ਮੈਂ ਵੈਸੇ ਕਦੀ ਲਿਖਣਾ ਸ਼ੁਰੂ ਨਹੀਂ ਸੀ ਹਜੇ ਕੀਤਾ। ਲਿਖਣਾ ਮੈਂ ਬਾਹਰ ਜਾ ਕੇ ਜਦੋਂ 94 ਤੋਂ ਬਾਅਦ ਹੀ ਸ਼ੁਰੂ ਕੀਤਾ। ਠੀਕ ਹੈ। ਤੇ ਖਾਸ ਤੁਹਾਡਾ ਇਹ ਤੇ ਤੁਸੀਂ ਦੱਸਿਆ ਕਿ ਤੁਹਾਨੂੰ ਇੱਕ ਖਲਾ ਜਿਹੜਾ ਹੈ ਉਸਨੇ ਇਸ ਵੱਲ ਨੂੰ ਤੋਰਿਆ। ਕੋਈ ਹੋਰ ਪ੍ਰੇਰਨਾ ਸਰੋਤ ਜਿਹਨੂੰ ਤੁਸੀਂ ਮੰਨਦੇ, ਜਿਹਨੂੰ ਦੇਖ ਕੇ ਤੁਹਾਡਾ ਦਿਲ ਕੀਤਾ ਕਵਿਤਾ ਲਿਖੀਏ? ਬਾਹਰਲੀਆਂ ਕੰਟਰੀਆਂ ਵਿੱਚ ਮੈਂ ਦੇਖਿਆ ਕਿ ਰਿਸ਼ਤਿਆਂ ਦੀ ਟੁੱਟ ਭੱਜ, ਕੁੜੀਆਂ ਤੇ ਹੁੰਦੇ ਜ਼ੁਲਮ, ਆਪਣੀਆਂ ਅੱਖਾਂ ਦੇ ਨਾਲ ਬਹੁਤ ਕੁਛ ਦੇਖਿਆ ਜਿਸ ਨੇ ਮੈਨੂੰ ਜਿੱਦਾਂ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਜਦੋਂ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਤੁਹਾਡੇ ਜਿਹੜੇ ਰਿਸ਼ਤੇ ਨਹੀਂ ਰਹਿੰਦੇ, ਇੱਕ ਕਿਸਮ ਦਾ ਲਹੂਆਂ 'ਚ ਪਾਣੀ ਕਹਿ ਦਿੰਦੇ ਪੈ ਗਿਆ, ਲਹੂ ਜਿਹੜਾ ਚਿੱਟਾ ਹੋ ਗਿਆ। ਹਾਂਜੀ, ਤੇ ਉਹ ਚੀਜ਼ਾਂ ਸੋਚਣ ਲਈ ਮਜਬੂਰ ਕਰਦੀਆਂ ਤੁਹਾਨੂੰ। ਠੀਕ ਹੈ। ਇਹ ਤਾਂ ਬਿਲਕੁਲ ਜਦੋਂ ਇੱਕ ਨਵੀਂ ਜ਼ਿੰਦਗੀ, ਨਵੇਂ ਲੋਕ
ਤੇ ਉਸ ਤੋਂ ਬਾਅਦ ਕਈ ਜਿਹੜੀ ਦੂਰੋਂ ਦੇਖੀ ਹੋਈ ਚਮਕ ਦਮਕ ਆ ਉਹਦਾ ਅਸਲੀ ਚਿਹਰਾ ਸਾਹਮਣੇ ਆਇਆ ਤੇ ਜਿਹੜੀ ਦਿਲ ਦੇ ਅੰਦਰ ਜਿਹੜੀ ਕੋਈ ਦਰਦ ਹੈ ਉਹ ਚੀਜ਼ ਜਿਹੜੀ ਉਹ ਕਵਿਤਾ ਬਣ ਕੇ ਬਾਹਰ ਆ ਗਈ। ਤੇ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਬਿਹਤਰ ਨੇ ਬਾਹਰ ਨਾਲੋਂ? ਜਿਹੜੇ ਸਮੇਂ ਦੇ ਵਿੱਚ ਮੈਂ ਆਈ ਸੀਗੀ ਲਾਈਕ 94 ਉਸ ਟਾਈਮ ਬਹੁਤ ਵਧੀਆ ਹਾਲਾਤ ਸੀਗੇ। ਠੀਕ ਹੈ। ਜਿੱਦਾਂ ਉਸ ਵੇਲੇ ਇਨਸਾਨਾਂ ਦੇ ਭਾਵੇਂ ਘਰ ਕੱਚੇ ਹੁੰਦੇ ਸੀ ਪਰ ਰਿਸ਼ਤੇ ਬਹੁਤ ਮਜ਼ਬੂਤ ਹੁੰਦੇ ਸੀ। ਪਰ ਅੱਜ ਕੱਲ ਬਿਲਕੁਲ ਉਲਟ ਹੈ ਉੱਥੇ ਵੀ। ਯਾਨੀ ਕਿ ਜਿਹੜੀ ਚੀਜ਼ ਤੁਸੀਂ 94 ਦੇ ਵਿੱਚ ਆ ਕੇ ਵਿਦੇਸ਼ਾਂ ਦੇ ਵਿੱਚ ਪ੍ਰਦੇਸ਼ ਦੇ ਵਿੱਚ ਪਹਿਲਾਂ ਵੇਖ ਲਈ ਪੱਛਮ ਦੇ ਵਿੱਚ, ਉਹ ਮਤਲਬ ਅੱਜ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਉਹਦਾ ਪ੍ਰਸਾਰਾ ਜਿਹੜਾ ਹੈਗਾ ਉਹ ਵੱਧ ਰਿਹਾ ਆ। ਲੇਕਿਨ ਜਦੋਂ ਬੰਦਾ ਤਿਆਰ ਨਾ ਹੋਵੇ ਉਸ ਚੀਜ਼ ਲਈ ਔਰ ਇੱਕਦਮ ਉਹਦੇ ਉੱਤੇ ਥੋਪੀ ਜਾਏ ਜਾਂ ਪੈ ਜਾਵੇ ਕਹਿ ਲਓ ਨਾ, ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈਗੀ ਆ ਉਹ ਬੰਦੇ ਨੂੰ ਆਪਣਾ ਦਰਦ ਕਿਸੇ ਨਾ ਪਾਸੇ ਹੌਲਾ ਕਰਨਾ ਹੀ ਪੈਂਦਾ ਨਾ। ਤੇ ਕਵਿਤਾ ਦੇ ਵਿੱਚ ਤੁਸੀਂ ਜਿਹੜੀ ਤੁਹਾਡੀ ਪਹਿਲੀ ਕਿਤਾਬ ਹੈ ਜ਼ਿੰਦਗੀ, ਉਸ ਦੇ ਵਿੱਚ ਕਵਿਤਾ ਨੂੰ ਤੁਸੀਂ ਖੁੱਲੇ ਰੂਪ ਚ ਲਿਖਿਆ ਜਾਂ ਛੰਦਬੰਦੀ ਦੇ ਵਿੱਚ ਲਿਖਿਆ? ਮੇਰੀ ਪਹਿਲੀ ਕਿਤਾਬ ਜ਼ਿੰਦਗੀ ਵਿੱਚ ਜਿੰਨੀਆਂ ਵੀ ਕਵਿਤਾਵਾਂ ਮੈਂ ਲਿਖੀਆਂ ਸਾਰੀਆਂ ਛੰਦਬੰਦ ਹੀ ਸੀਗੀਆਂ। ਠੀਕ ਹੈ। ਹਾਂਜੀ। ਔਰ ਉਸ ਦੇ ਵਿੱਚ ਤੁਸੀਂ ਵੱਖਰੇ ਵੱਖਰੇ ਵਿਸ਼ਾ ਵਸਤੂ ਜਿਹੜੇ ਆ ਉਹ ਛੋਏ ਨੇ? ਹਾਂਜੀ ਬਿਲਕੁਲ, ਹਰ ਇੱਕ ਵਿਸ਼ਾ ਉਹਦੇ ਵਿੱਚ ਮੈਂ ਛੋਇਆ ਹੈ। ਹਰ ਇੱਕ ਵਿਸ਼ਾ ਜਿਹੜਾ, ਲੇਕਿਨ ਜ਼ਿਆਦਾ ਜਿਹੜਾ ਹੈ ਮਨੁੱਖੀ ਰਿਸ਼ਤਿਆਂ ਦੀ ਜਿਹੜਾ ਦਰਦ ਆ, ਤਾਰੋ ਪੀੜ ਹੋ ਰਹੇ ਸਾਡੇ ਰਿਸ਼ਤੇ ਨੇ, ਉਹਨਾਂ ਦੀ ਤੁਸੀਂ ਉਸ ਕਵਿਤਾ ਦੇ ਵਿੱਚ ਗੱਲ ਕੀਤੀ। ਔਰ ਕਿਉਂਕਿ ਜਿਹੜਾ ਕਵੀ ਮਨ ਹੁੰਦਾ ਆ ਉਹਦੇ ਅੰਦਰ ਇੱਕ ਆਮ ਮਨੁੱਖ ਨਾਲੋਂ ਕੁਝ ਦਰਦ ਦਾ ਲੈਵਲ ਵੀ ਸੁਣਿਆ ਕਿ ਜ਼ਿਆਦਾ ਹੁੰਦਾ ਆ, ਉਹਨੂੰ ਚੀਜ਼ਾਂ ਛੇਤੀ ਪ੍ਰਭਾਵਿਤ ਕਰਦੀਆਂ ਨੇ ਔਰ ਜਿਹੜੀ ਦਰਦ ਆ ਉਹ ਵੀ ਬਹੁਤ ਜ਼ਿਆਦਾ ਟੁੰਬਦਾ ਆ, ਪਾਉਂਦਾ ਆ, ਤੇ ਫਿਰ ਉਹ ਕਵਿਤਾ ਜਿਹੜੀ ਹੈ ਰਚ ਕੇ ਸੰਸਾਰ ਦੇ ਸਾਹਮਣੇ ਆਉਂਦੀ ਹੈ। ਤੁਹਾਡਾ ਪਰਿਵਾਰ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਜਾਂ ਹੁਣ ਜਿਵੇਂ ਕਿ ਉਹ ਇਸ ਦੇ ਨਾਲ ਸਹਿਮਤ, ਤੁਹਾਨੂੰ ਲਿਖਣ ਦੇ ਵਿੱਚ ਕੋਈ ਮਦਦ ਜਾਂ ਜਦੋਂ ਤੁਸੀਂ ਲਿਖਦੇ ਹੋ ਹੱਲਾਸ਼ੇਰੀ ਦਿੰਦੇ ਹੋ? ਹਾਂਜੀ, ਮੈਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਈ। ਮੇਰੇ ਹਸਬੈਂਡ ਨਾਲ ਮੇਰੀਆਂ 3 ਬੇਟੀਆਂ ਆ ਤੇ ਮੈਨੂੰ ਆਲਵੇਜ਼ ਉਹਨਾਂ ਦੀ ਸਪੋਰਟ ਰਹੀ ਹੈ। ਲਿਖਣ ਲਈ ਹਮੇਸ਼ਾ ਹੱਲਾਸ਼ੇਰੀ ਦਿੰਦੇ ਕਿ ਤੁਸੀਂ ਚੰਗਾ ਕਰ ਰਹੇ ਹੋ, ਵਧੀਆ ਲਿਖ ਸਕਦੇ ਹੋ। ਠੀਕ ਹੈ, ਠੀਕ ਹੈ। ਨਹੀਂ, ਬਹੁਤ ਵਧੀਆ, ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਨਾਮਵਰ ਕਵਿਤਰੀਆਂ ਵੀ ਹੈ, ਜਦੋਂ ਉਹਨਾਂ ਦੀ ਵੀ ਕਈ ਵਾਰੀ ਗੱਲ ਕਰ ਲਈਏ ਤੇ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਇੱਕ ਦਬਾਅ, ਮਤਲਬ ਸਮਾਜ ਤਾਂ ਵੱਖਰੀ ਗੱਲ ਹੈ, ਜਿਹੜਾ ਪਰਿਵਾਰਿਕ ਦਬਾਅ ਹੁੰਦਾ ਆ ਉਹ ਵੀ ਬੜਾ ਵੱਡਾ ਜਿਹੜਾ ਰੋਲ ਹੈ ਉਹ ਪਲੇ ਕਰਦਾ ਆ ਵੀ ਉਹ ਅੱਜ ਦੀ ਆਪਣੀ ਆਵਾਜ਼ ਆ ਉਸ ਨੂੰ ਬੁਲੰਦ ਨਹੀਂ ਕਰ ਸਕਦੀਆਂ। ਔਰ ਤੁਸੀਂ ਬਲਬੀਰ ਤੁਸੀਂ ਗੱਲ ਕੀਤੀ ਕਿ ਤੁਸੀਂ ਟੁੱਟਦੇ ਰਿਸ਼ਤੇ ਜਾਂ ਬਿਖਰਦੇ ਹੋਏ ਰਿਸ਼ਤੇ ਸਮਾਜ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਬੜੀ ਡੂੰਘਾਈ ਦੇ ਨਾਲ ਦੇਖਿਆ ਤੇ ਫਿਰ ਉਹਨਾਂ ਦੇ ਬਾਰੇ ਜਿਹੜਾ ਦਰਦ ਜਾਂ ਅਹਿਸਾਸ ਤੁਹਾਡੇ ਦਿਲ ਦੇ ਵਿੱਚ ਉਪਜਿਆ ਉਸ ਨੂੰ ਤੁਸੀਂ ਕਵਿਤਾ ਦਾ ਜਾਮਾ ਪਹਿਨਾ ਕੇ ਆਪਣੇ ਸਾਡੇ ਸਰੋਤਿਆਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਔਰ ਚਾਹਾਂਗੀ ਕਿ ਤੁਹਾਡੇ ਹੱਥ ਦੇ ਵਿੱਚ ਕਿਤਾਬ ਦੇਖ ਰਹੀ ਹਾਂ ਇਹ ਹਵਾ ਵੀ ਕੋਈ ਕੁਝ ਲਾਈਨਾਂ ਗੱਲ ਅੱਗੇ ਤੋਰੀਏ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਜ਼ਰੂਰ ਕਰੋ। ਹਾਂਜੀ ਬਿਲਕੁਲ, ਮੈਂ ਆਪਣੀ ਕਵਿਤਾ ਤੁਹਾਨੂੰ ਸੁਣਾਉਂਦੀ ਹਾਂ ਜੀ। ਮੇਰੀ ਕਵਿਤਾ ਦਾ ਸਿਰਲੇਖ ਹੈਗਾ ਬੇਘਰ। ਬੇਘਰ, ਹਾਂਜੀ ਜੀ, ਇਰਸ਼ਾਦ। ਖੁੱਲੀ ਕਵਿਤਾ ਹੈਗੀ ਹੈ। ਠੀਕ ਹੈ। ਘਰ ਨੇ ਨਿਗਲ ਲਿਆ ਹੈ ਕੋਰੀਆਂ ਸੱਧਰਾਂ ਦਾ ਸਿਰਨਾਵਾ, ਮੈਂ ਹੁਣ ਕਿਹੜੇ ਗੀਟੇ ਖੇਡਾਂ, ਮੈਂ ਕਿਹੜੇ ਰਾਹੀਂ ਜਾਵਾਂ। ਵਾਹ, ਕੀ ਬਾਤ। ਘਰ ਘਰ ਬੇਘਰ ਦਾ ਸਿਰਨਾਵਾ, ਇਸ ਖੇਡ ਦੇ ਸੁਪਨੇ ਵੇਖਾਂ, ਇਸ ਖੇਡ ਨੂੰ ਸੀਨੇ ਲਾਵਾਂ, ਮੈਂ ਪਲ ਪਲ ਮੁੱਕਦੀ ਜਾਵਾਂ। ਬਹੁਤ ਅੱਛਾ। ਮੇਰੇ ਲਈ ਕੋਈ ਘਰ ਘਰ ਨਹੀਂ, ਮੇਰੇ ਲਈ ਸਭ ਦਰ ਉੱਚੇ ਨੇ ਜੀ, ਮੇਰੇ ਦਰਦ ਦਾ ਕੋਈ ਬੂਹਾ ਅੰਮੜੀ ਵੱਲ ਨਾ ਸੱਸ ਵੱਲ ਖੁੱਲੇ ਜੀ, ਮੈਂ ਸਹੁਰੇ ਦੀ ਅੱਖ ਦੀ ਲਾਲੀ, ਮੈਂ ਦੇਵਰ ਦੀ ਪੱਗ ਦਾ ਆਖਰੀ ਪੱਲਾ, ਕਦੇ ਟਿਕਾਣੇ ਸਿਰ ਨਾ ਵੱਜਾਂ ਜੀ, ਮੈਂ ਦਿਰਾਣੀ ਮੈਂ ਜਠਾਣੀ, ਰਿਸ਼ਤੇ ਕੋ ਮਾਰਨ ਮੈਨੂੰ, ਬੇਘਰ ਮੈਂ ਕਿਸ ਪਾਸੇ ਜਾਵਾਂ ਜੀ, ਮੇਰੇ ਕੋਲ ਕਿਹਦਾ ਸਰਨਾਵਾ। ਬਹੁਤ ਖੂਬ, ਬਹੁਤ ਅੱਛਾ ਜੀ। ਇੱਕ ਹੌਕਾ ਮੇਰੇ ਸੀਨੇ ਤਪਦਾ ਜੀ, ਇੱਕ ਹੌਕਾ ਮੇਰੀ ਅੱਖ ਦਾ ਅੱਥਰ, ਮੇਰੇ ਸਾਹਾਂ ਦਾ ਏ ਸੱਥਰ, ਮੈਂ ਕਿਸ ਵਿਹੜੇ ਡਾਵਾਂ, ਮੇਰੇ ਕੋਲ ਮੇਰਾ ਸਿਰਨਾਵਾ ਜੀ, ਆਪਣੇ ਘਰ ਅਗਨ ਦਾ ਪਹਿਰਾ, ਮੇਰਾ ਘਰ ਇਕੱਲਾ ਕਹਿਰਾ, ਇਸ ਘਰ ਮੈਨੂੰ ਸੁੱਕਣੇ ਪਾਇਆ ਜੀ, ਮੇਰਾ ਘਰ ਹਵਾ ਦਾ ਜਾਇਆ, ਮੈਂ ਕਿਹੜੇ ਘਰ ਦੀ ਅਗਲੋਕਾ ਜੀ, ਮੇਰੇ ਘਰ ਲਈ ਕੋਈ ਦੇਵੇ ਹੋਕਾ, ਮੇਰੇ ਪੱਲੇ ਧੰਦਾ ਧੋਖਾ। ਬਹੁਤ ਖੂਬ, ਬਹੁਤ ਅੱਛਾ ਜੀ, ਬਹੁਤ ਖੂਬ ਤੁਹਾਡੀ ਕਵਿਤਾ ਉਹ ਘਰ ਜਿਸ ਨੂੰ ਤਲਾਸ਼ ਦੀ ਮੇਰੇ ਖਿਆਲ ਹਰ ਔਰਤ ਸਾਡੇ ਸਮਾਜ ਨਾਲ ਸੰਬੰਧਿਤ ਗੱਲ ਕਰਾਂਗੀ, ਕਿਉਂਕਿ ਯੂਰਪੀਅਨ ਸਮਾਜ ਦੇ ਵਿੱਚ ਕੁਝ ਸੰਦਰਭ ਵੱਖਰਾ ਆ
ਕਿ ਇਸ ਘਰ ਦੀ ਤਲਾਸ਼ ਦੇ ਵਿੱਚ ਹੀ ਕਈ ਜਨਮ ਤੇ ਕਈ ਹੋਰ ਜਨਮ ਤੇ ਬਹੁਤ ਲੰਮੀ ਚੌੜੀ ਜਿਹੜੀ ਗੱਲਬਾਤ ਆ ਔਰਤ ਦੀ ਚੱਲਦੀ ਰਹਿੰਦੀ ਹੈ ਔਰ ਬਹੁਤ ਹੀ ਇੱਕ ਔਰਤ ਮਨ ਦੀਆਂ ਜਿਹੜੀਆਂ ਦਰਦ ਭਿੰਨੀਆਂ ਜਿਹੜੀਆਂ ਸਤਰਾਂ ਨੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਬਲਬੀਰ ਜੀ, ਇੱਥੇ ਇੱਕ ਗੱਲ ਪੁੱਛਾਂਗੀ ਕਿ ਸਾਡੇ ਸਮਾਜ ਦੀ ਔਰਤ, ਖਾਸ ਕਰਕੇ ਏਸ਼ੀਅਨ ਸਮਾਜ ਦੀ ਔਰਤ ਤੇ ਇਸ ਯੂਰਪੀਅਨ ਜਾਂ ਪੱਛਮੀ ਸਮਾਜ ਦੀ ਔਰਤ ਦੇ ਵਿੱਚ ਕਿਸ ਤਰ੍ਹਾਂ ਦਾ ਫਰਕ ਮਹਿਸੂਸ ਕਰਦੇ ਹੋ ਤੁਸੀਂ? ਮੈਨੂੰ ਦੇਖਣ ਨੂੰ ਲੱਗਦਾ ਕਿ ਅਸੀਂ ਕਹਿਣ ਨੂੰ ਬੇਸ਼ੱਕ ਕਹਿੰਦੇ ਕਿ ਔਰਤ ਆਜ਼ਾਦ ਆ, ਅਸੀਂ ਮੁੰਡੇ ਜਾਂ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਪਰ ਉਹ ਸਿਰਫ ਮੈਨੂੰ ਇਦਾਂ ਲੱਗਦਾ ਕਿ ਉਹ ਸਿਰਫ ਕਹਿਣ ਦੀਆਂ ਹੀ ਗੱਲਾਂ ਆ, ਸਟਿਲ ਉਹ ਪ੍ਰੈਕਟੀਕਲੀ ਹਜੇ ਉਹ ਚੀਜ਼ ਲਾਗੂ ਨਹੀਂ ਹੋ ਰਹੀ ਹੈਗੀ। ਸਿਰਫ ਆਪਾਂ ਕਹਿ ਹੀ ਰਹੇ ਆ, ਆਪਣੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ ਹਰ ਖੇਤਰ 'ਚ ਅਸਲ ਵਿੱਚ, ਲੇਕਿਨ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਆ ਕਿਉਂਕਿ ਅਸੀਂ ਹੋਕਾ ਦੇ ਰਹੇ ਹਾਂ ਧੀਆਂ ਦੀ ਗਿਣਤੀ ਘਟ ਰਹੀ ਹੈ ਤੇ ਧੀਆਂ ਨੂੰ ਨਾ ਮਾਰੋ, ਪਰ ਇਸ ਤਰ੍ਹਾਂ ਮਹਿਸੂਸ ਕਰਦੀ ਔਰਤ ਕਿ ਜਿੱਥੇ ਇਸ ਚੀਜ਼ ਦੀ ਕਮੀ ਹੈ ਉੱਥੇ ਰੜਕ ਵੀ ਵਧੇਰੇ ਹੈ। ਹਾਂਜੀ, ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਅਸੀਂ ਮੁੰਡੇ ਤੇ ਕੁੜੀ ਨੂੰ ਪੂਰੀ ਆਜ਼ਾਦੀ ਦਿੰਦੇ ਆ, ਪਰ ਅਸਲ ਚ ਦਿੰਦੇ ਚੀਜ਼ ਨਹੀਂ ਹੈਗੀ, ਬਿਲਕੁਲ ਨਹੀਂ ਹੈਗੀ, ਕਿਤੇ ਵੀ ਨਹੀਂ। ਜਾਨੀ ਅਸੀਂ ਇਸ ਸਮਾਜ ਦੇ ਵਿੱਚ ਆ ਗਏ, ਇਹਨਾਂ ਸਮਾਜਾਂ ਦਾ ਹਿੱਸਾ ਬਣ ਗਏ। ਜਾਨੀ ਪੰਜਾਬ ਤੋਂ ਉੱਠੇ ਕੋਈ ਕੈਨੇਡਾ ਚਲਾ ਗਿਆ, ਕੋਈ ਇੰਗਲੈਂਡ ਚਲਾ ਗਿਆ, ਕੋਈ ਜਰਮਨੀ ਵਸ ਗਿਆ, ਆ ਕੇ ਇਸ ਸਮਾਜ ਦੀਆਂ ਸੁੱਖ ਸਹੂਲਤਾਂ ਨੂੰ, ਇਸ ਮਿੱਟੀ ਦੇ ਸਾਰੇ ਜਿਹੜੇ ਬੀਜੇ ਹੋਏ ਅੰਨ ਪਾਣੀ ਨੂੰ ਅਸੀਂ ਖਾ ਰਹੇ ਹਾਂ ਔਰ ਇਸ ਸਮਾਜ ਦੀਆਂ ਜਿਹੜੀਆਂ ਆਜ਼ਾਦਾਨਾ ਗੱਲਾਂ ਹੈਗੀਆਂ ਨੇ, ਜਿੱਥੇ ਮਨੁੱਖ ਨੂੰ ਮਨੁੱਖ ਸਮਝਿਆ ਜਾ ਰਿਹਾ ਆ, ਜਿੱਥੇ ਔਰਤ ਤੇ ਬੰਦੇ ਦਾ ਫਰਕ ਖਤਮ ਕਰਕੇ ਜਾਣੀ ਹਰ ਇੱਕ ਨੂੰ ਮਨੁੱਖ ਸਮਝਿਆ ਜਾ ਰਿਹਾ ਆ, ਉਸ ਵੱਲ ਅਸੀਂ ਅਜੇ ਤੁਰੇ ਨਹੀਂ ਨਾ। ਬਿਲਕੁਲ ਸਹੀ ਗੱਲ। ਅਸੀਂ ਇੰਨੇ ਵਧੀਆ ਆਜ਼ਾਦ ਮੁਲਕਾਂ ਦੇ ਵਿੱਚ ਆ ਗਏ ਹਾਂ, ਪਰ ਮੈਂ ਸੋਚਦੀ ਕਿ ਜਦੋਂ ਅਸੀਂ ਉਸ ਜਿਹੜੀ ਕੰਟਰੀ ਚੋਂ ਆਏ ਆ, ਸਾਡੀ ਸੋਚ ਬਿਲਕੁਲ ਉੱਥੇ ਦੀ ਉੱਥੇ ਖੜੀ ਆ। ਅਸੀਂ ਕੰਟਰੀ ਜ਼ਰੂਰ ਬਦਲ ਲਈ ਪਰ ਆਪਣੀ ਸੋਚ ਨਹੀਂ ਬਦਲੀ। ਬਿਲਕੁਲ, ਆਈ ਥਿੰਕ ਮੈਨੂੰ ਲੱਗਦਾ ਕਿ ਆਪਾਂ ਨੂੰ ਰਿਐਲਿਟੀ ਦੇ ਵਿੱਚ ਆਪਣੀ ਸੋਚ ਪਹਿਲਾਂ ਬਦਲਣੀ ਚਾਹੀਦੀ ਹੈ, ਸੋਚ ਬਦਲਣੀ ਚਾਹੀਦੀ। ਇਦਾਂ ਤਾਂ ਨਹੀਂ ਤੁਹਾਨੂੰ ਲੱਗ ਰਿਹਾ ਕਿ ਜਿੱਦਾਂ ਤੁਸੀਂ 94 ਦੇ ਵਿੱਚ ਆਏ, ਬਹੁਤ ਸਾਰੇ ਸਾਡੇ ਵੀਰ ਭਰਾ ਵੀ ਉਹਨਾਂ ਦੇ ਨਾਂ 'ਚ ਕੋਈ 80 'ਚ, ਕੋਈ 83 'ਚ, ਕੋਈ 82 'ਚ ਆਇਆ ਹੋਊਗਾ, ਤੇ ਮੇਰਾ ਆਪਣਾ ਪਰਸਨਲ ਵੈਸੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਉਹ ਜਿਸ ਰੂਪ 'ਚ ਪੰਜਾਬ ਨੂੰ ਛੱਡ ਕੇ ਆਏ ਜਾਂ ਪੰਜਾਬ ਦੇ ਸੱਭਿਆਚਾਰ ਤੇ ਕਲਚਰ ਨੂੰ ਛੱਡ ਕੇ ਆਏ, ਉਹ ਅੱਜ ਇੱਥੇ ਬੈਠੇ ਵੀ ਮਹਿਸੂਸਦੇ ਨੇ ਕਿ ਸਮਾਂ ਉੱਥੇ ਖੜਾ ਆ। ਲੇਕਿਨ ਉੱਥੇ ਬੜੀ ਵੱਡੀ ਤਬਦੀਲੀ ਹੋ ਗਈ ਹੈ ਸਮੇਂ ਦੇ ਨਾਲ ਨਾ, ਪਰ ਇੱਥੇ ਜਿਹੜੀ ਸਾਡੀ ਜਮਾਤ ਆ ਗਈ ਹੈ ਉਹ ਆਪਣੇ ਆਪ ਨੂੰ ਨਹੀਂ ਬਦਲ ਰਹੀ। ਕੀ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ? ਬਿਲਕੁਲ ਇਸੇ ਤਰ੍ਹਾਂ ਹੀ ਆ, ਇਸੇ ਤਰ੍ਹਾਂ ਹੀ ਉੱਥੇ ਵੀ ਬਿਲਕੁਲ। ਹਾਂਜੀ, ਸੋਚ ਮੈਂ ਉਹੀ ਪਹਿਲਾਂ ਵੀ ਕਿਹਾ ਸੀ ਕਿ ਸੋਚ ਬਦਲਣ ਦੀ ਲੋੜ ਆ। ਅਸੀਂ ਸਿਰਫ ਗੱਲਾਂ ਹੀ ਕਰਦੇ ਆ, ਉਹ ਤੇ ਐਕਸ਼ਨ ਨਹੀਂ ਲੈਂਦੇ ਹੈਗੇ, ਐਕਸ਼ਨ ਨਹੀਂ ਉੱਤੇ ਜਿਹੜੀ ਵੀ ਅਸੀਂ ਗੱਲਬਾਤ ਕਰਦੇ ਆ। ਬਿਲਕੁਲ, ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਕਿਸੇ ਗੱਲ ਨੂੰ ਕਹਿੰਦੇ ਆ ਬਈ ਸਮਾਜ ਨੂੰ ਇਹ ਕਰਨਾ ਚਾਹੀਦਾ, ਤੇ ਸਾਨੂੰ ਅੱਗੇ ਹੋ ਕੇ ਪਹਿਲਾਂ ਕਰਕੇ ਵੀ ਦਿਖਾਉਣਾ ਚਾਹੀਦਾ ਆ। ਥੋੜਾ ਯੋਗਦਾਨ ਪਾਉਣ ਦੀ ਲੋੜ ਆ, ਥੋੜਾ ਯੋਗਦਾਨ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਿੱਥੇ ਤੁਸੀਂ ਦੱਸਿਆ ਕਿ ਤੁਹਾਡੀ ਇਹ ਦੂਸਰੀ ਕਿਤਾਬ ਜਿਹੜੀ ਹਵਾ ਆ, ਇਸ ਦੇ ਵਿੱਚ ਜਿਹੜੀ ਕਵਿਤਾ ਆ ਉਹ ਛੰਦ ਬੰਦੀ ਤੋਂ ਮੁਕਤ ਹੈ, ਉਹ ਆਧੁਨਿਕ ਕਵਿਤਾ ਵੱਲ ਨੂੰ ਉਸ ਕਵਿਤਾ ਦਾ ਰੁਝਾਨ ਹੈ। ਇਸ ਲਈ ਕੋਈ ਖਾਸ ਵਜ੍ਹਾ ਰਹੀ ਪਿਛਲੀ ਕਿਤਾਬ ਤੋਂ? ਕੋਈ ਇਸ ਤਰ੍ਹਾਂ ਤੁਹਾਨੂੰ ਲੱਗਿਆ ਕਿ ਬੰਦਰਾਂ ਤੋਂ ਮੁਕਤ ਹੋਣਾ ਚਾਹੀਦਾ, ਜਾਂ ਐਵੇਂ ਮਨ ਦਾ ਖਿਆਲ ਆਇਆ ਵੀ ਨਹੀਂ ਹੁਣ ਹਰ ਗੱਲ ਕਰਨੀ? ਨਹੀਂ, ਮੈਨੂੰ ਲੱਗਦਾ ਸੀ ਕਿ ਬੰਦਨਾਂ ਤੋਂ ਮੁਕਤ ਹੋਣਾ ਚਾਹੀਦਾ। ਹਰ ਇੱਕ ਗੱਲ ਨੂੰ ਤੁਹਾਡੇ ਕੋਲ, ਜੋ ਤੁਸੀਂ ਖੁੱਲੀ ਕਵਿਤਾ ਲਿਖਦੇ ਹੋ ਉਹਦੇ ਵਿੱਚ ਤੁਸੀਂ ਹਰ ਇੱਕ ਚੀਜ਼ ਖੁੱਲ ਕੇ ਬਿਆਨ ਕਰ ਸਕਦੇ ਹੋ। ਮੇਨ ਇਹੀ ਉਹਦਾ ਰੀਜ਼ਨ ਸੀਗਾ। ਠੀਕ ਹੈ, ਇਸ ਕਰਕੇ ਤੁਸੀਂ ਇਹਦਾ ਜਿਹੜਾ ਰੂਪ ਅਗਲੀ ਕਿਤਾਬ ਦਾ। ਤੇ ਤੁਹਾਨੂੰ ਕਦੀ ਕਿਤੋਂ ਇਹ ਵੀ ਸੁਣਨ ਨੂੰ ਮਿਲਿਆ ਕਿ ਕਈ ਵਾਰੀ ਮੈਂ ਬਹੁਤ ਸਾਰੀਆਂ ਕਵਿਤਰੀਆਂ ਨਾਲ ਗੱਲਾਂ ਵੀ ਕਰਦੀ ਹਾਂ, ਸਟੂਡੀਓ ਦੇ ਵਿੱਚ ਵੀ ਹੁੰਦੀਆਂ ਨੇ, ਕੁਝ ਇੰਟਰਵਿਊ, ਕੁਝ ਪ੍ਰਾਈਵੇਟ ਗੱਲਾਂ ਵੀ ਹੁੰਦੀਆਂ ਨੇ, ਕੁਝ ਇੱਕ ਝਿਜਕਦੇ ਹੋਏ ਆਪਣੇ ਜਿਹੜੇ ਦਰਦ ਨੇ ਉਸ ਨੂੰ ਕਵਿਤਾ ਵਿੱਚ ਬਿਆਨ ਨਹੀਂ ਕਰਦੀਆਂ ਕਿ ਸਮਾਜ ਇਸ ਬਾਰੇ ਕੀ ਕਹੇਗਾ, ਪਰਿਵਾਰ ਇਸ ਬਾਰੇ ਕੀ ਕਹੇਗਾ। ਤੁਹਾਡੀ ਇਸ ਬਾਰੇ ਕੀ ਸੋਚ ਹੈ? ਮੈਂ ਕਹਿੰਦੀ ਖਿਆਲ, ਤੁਸੀਂ ਜ਼ਰੂਰੀ ਨਹੀਂ ਕਿ ਉਹ ਤੁਸੀਂ ਜੋ ਲਿਖ ਰਹੇ ਆ ਕਿ ਆਪਣੇ ਬਾਰੇ ਲਿਖਦੇ ਆ, ਤੁਸੀਂ ਜੋ ਆਲੇ ਦੁਆਲੇ ਦੇਖਦੇ ਆ, ਕਿਸੇ ਹੋਰ ਦੀ ਕੋਈ ਘਟਨਾ ਜੋ ਤੁਹਾਨੂੰ ਦਿਲ ਨੂੰ ਤੁਹਾਡੇ ਨੂੰ ਟੁੰਬਦੀ ਆ, ਤੁਸੀਂ ਉਹ ਵੀ ਬਿਆਨ ਕਰ ਸਕਦੇ ਆ। ਇਹ ਪੜ੍ਹਨ ਵਾਲੇ ਤੇ ਵੀ ਡਿਪੈਂਡ ਕਰਦਾ ਕਿ ਤੁਹਾਨੂੰ ਉਹਦਾ ਨਜ਼ਰੀਆ ਦੇ ਨਾਲ ਦੇਖ, ਉਸ ਦਾ ਨਜ਼ਰੀਆ ਕੀ ਹੈ। ਤੇ ਤੁਹਾਨੂੰ ਇਹਦਾ ਨਹੀਂ ਲੱਗਦਾ ਕਿ ਜਿਹੜੀਆਂ ਔਰਤਾਂ ਲੇਖਣੀ ਦੇ ਖੇਤਰ ਦੇ ਵਿੱਚ ਆਈਆਂ ਨੇ,
ਖਾਸ ਕਰਕੇ ਪੰਜਾਬੀ ਕਵਿਤਰੀਆਂ ਨੇ ਜਿਹੜੀਆਂ, ਕੋਈ ਵੀ ਉਹ ਕਵਿਤਾ ਲਿਖਦੀਆਂ ਨੇ, ਕੋਈ ਵੀ ਉਹ ਰਚਨਾ ਰਚਦੀਆਂ ਨੇ, ਤੇ ਜਿਹੜਾ ਸਾਡਾ ਪੜ੍ਹਨ ਵਾਲਾ ਸੁਣਨ ਵਾਲਾ ਵਰਗ ਆ ਹਰ ਚੀਜ਼ ਨੂੰ ਤਕਰੀਬਨ ਉਹਨਾਂ ਦੇ ਜੀਵਨ ਨਾਲ ਜੋੜ ਕੇ ਵੇਖਦਾ ਹੈ। ਬਿਲਕੁਲ, ਇਹ ਤਾਂ ਜੀ ਇਨਸਾਨ ਦੀ ਫਿਤਰਤ ਹੈ, ਕੀ ਕਰ ਸਕਦੇ ਨੇ। ਪਰ ਜੋ ਆਪਾਂ ਇੱਕ ਕਵੀ ਲਿਖਦਾ ਆ ਉਹ ਸਿਰਫ ਕਾਲਪਨਿਕ ਨਹੀਂ ਹੋ ਸਕਦਾ, ਹੈ ਨਾ, ਜ਼ਰੂਰੀ ਨਹੀਂ ਹੈਗਾ ਕਿ ਜੋ ਤੁਸੀਂ ਆਲੇ ਦੁਆਲੇ ਦੇਖਦੇ ਹੋ ਉਸ ਚੀਜ਼ ਦਾ ਬਹੁਤ ਪ੍ਰਭਾਵ ਪੈਂਦਾ ਆ। ਬਿਲਕੁਲ, ਆਲੇ ਦੁਆਲੇ ਨੇ ਤਾਂ ਸਾਹਿਤਕਾਰ ਨੂੰ ਟੁੰਬਣਾ ਆ, ਲੇਖਕ ਨੂੰ ਟੁੰਬਣਾ ਆ, ਔਰ ਉਹਦੇ ਵਿੱਚੋਂ ਹੀ ਉਹਨੇ ਜਿਹੜੇ ਖਿਆਲ ਹੈਗੇ ਆ ਉਹ ਅੱਗੇ ਲੈ ਕੇ ਆਉਣੇ ਆ। ਤੇ ਤੁਹਾਡੀ ਬਹੁਤ ਖੂਬਸੂਰਤ ਕਵਿਤਾ ਸੀ ਜਿਹੜੀ ਤੁਸੀਂ ਬੇਘਰ ਸੁਣਾਈ, ਤੇ ਗੱਲਾਂ ਇਸੇ ਤਰ੍ਹਾਂ ਅੱਗੇ ਜਾਰੀ ਰੱਖਾਂਗੇ। ਇੱਕ ਕਵਿਤਾ ਦੀ ਹੋਰ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਓ। ਹਾਂਜੀ ਜ਼ਰੂਰ, ਬਿਲਕੁਲ ਜੀ। ਕਿ ਮੈਂ ਇੱਕ ਕਵਿਤਾ ਹੋਰ ਹੈ ਮੇਰੀ, ਮੈਂ ਪੜਾਂਗੀ ਜੀ। ਚੁੰਨੀ ਦਾ ਲੜ। ਚੁੰਨੀ ਦਾ ਲੜ। ਹਾਂਜੀ। ਮੇਰੀ ਇਸ ਚੁੰਨੀ ਦੇ ਲੜ ਕਿੰਨੀਆਂ ਹੀ ਬੰਨੀਆਂ ਨੇ ਯਾਦਾਂ, ਕੱਲ ਦੀ ਗੱਲ ਹੈ ਇਸ ਚੁੰਨੀ ਦੇ ਲੜ ਨਾਲ ਮਾਂ ਰਿਓੜੀਆਂ ਬੰਨ ਰੱਖਦੀ ਤੇ ਚੋਰੀ ਚੋਰੀ ਆਪਣੇ ਪੁੱਤਰ ਨੂੰ ਦਿੰਦੀ। ਮੇਰੀ ਦਾਦੀ ਚੁੰਨੀ ਦੇ ਲੜੋਂ ਪੈਸੇ ਖੋਲਦੀ ਤੇ ਕਦੇ ਕਦੇ ਮੈਨੂੰ ਕੁਲਫੀ ਲੈ ਦਿੰਦੀ। ਤੇ ਕਿੰਨੀਆਂ ਹੀ ਯਾਦਾਂ ਇਸ ਚੁੰਨੀ ਦੇ ਲੜ ਨਾਲ ਬੰਨੀਆਂ ਰਹਿ ਗਈਆਂ। ਜੀ। ਇੱਕ ਇਹੋ ਜਿਹੀ ਚੁੰਨੀ ਜਿਸ ਦੀਆਂ ਗੰਢਾਂ ਇੰਨੀਆਂ ਪੀੜੀਆਂ, ਇਸ ਚੁੰਨੀ ਦੇ ਲੜ ਨੂੰ ਲੈ ਕੇ ਮੇਰੇ ਬਾਬਲ ਇੱਕ ਐਸੀ ਗੰਢ ਮਾਰੀ ਤੇ ਮੈਨੂੰ ਆਪਣੇ ਵਿਹੜੇ ਵਿੱਚੋਂ ਵਿਦਾ ਕਰ ਦਿੱਤਾ। ਇਹ ਕਹਿ ਕੇ ਧੀਏ ਜਿੱਥੇ ਤੂੰ ਜਾ ਰਹੀ ਏ ਉਹੀ ਤੇਰਾ ਘਰ ਹੈ, ਹੁਣ ਪਿੱਛੇ ਮੁੜ ਕੇ ਨਾ ਦੇਖੀ। ਇਹ ਗੱਲ ਆਪਣੀ ਚੁੰਨੀ ਦੇ ਲੜ ਨਾਲ ਬੰਨ ਲੈ। ਬਹੁਤ ਖੂਬ। ਬਸ ਇੰਝ ਹੀ ਕਦੇ ਮਾਂ ਤੇ ਕਦੇ ਬਾਪ ਦੀਆਂ ਨਸੀਹਤਾਂ ਪਤਾ ਨਹੀਂ ਕਿੰਨੀਆਂ ਕੁ ਗੰਢਾਂ ਵੱਜ ਗਈਆਂ। ਨਾ ਚਾਹੁੰਦੇ ਹੋਏ ਵੀ ਇਹ ਖੋਲ੍ਹਣ ਨੂੰ ਦਿਲ ਨਹੀਂ ਕਰਦਾ, ਕਿਧਰੇ ਇਸ ਵਿੱਚੋਂ ਕੋਈ ਕੀਮਤੀ ਯਾਦ ਨਾ ਗਿਰ ਜਾਵੇ। ਕੀ ਬਾਤ ਹੈ। ਇਹ ਚੁੰਨੀ ਦਾ ਲੜ ਕਦੇ ਮੇਰੀ ਧੀ ਫੜਦੀ ਹੈ ਤਾਂ ਮੈਂ ਰੂਹੋਂ ਕੰਬ ਜਾਂਦੀ ਹਾਂ। ਵਾਹ ਜੀ ਵਾਹ, ਕੀ ਬਾਤ ਹੈ। ਬਹੁਤ ਖੂਬਸੂਰਤ ਕਵਿਤਾ, ਔਰ ਖਾਸ ਕਰਕੇ ਉਸ ਨੂੰ ਉਸ ਲੜ ਦੇ ਨਾਲ ਬੰਨਣ ਦਾ ਯਤਨ ਕੀਤਾ ਹੈ ਜਿਹਦੇ ਨਾਲ ਖਾਸ ਕਰਕੇ ਸਾਡਾ ਔਰਤਾਂ ਦਾ ਸਾਰਾ ਜੀਵਨ ਹੀ ਉਸ ਦੇ ਆਲੇ ਦੁਆਲੇ ਘੁੰਮਦਾ ਆ। ਬਹੁਤ ਹੀ ਸੰਜੀਦਾ ਵਿਸ਼ਾ ਤੁਸੀਂ ਇਸ ਦੇ ਵਿੱਚ ਛੂਹਿਆ। ਜਿਵੇਂ ਤੁਸੀਂ ਆਖਿਆ ਕਿ ਤੁਸੀਂ ਹਰ ਇੱਕ ਵਿਸ਼ੇ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹੋ, ਤੇ ਇਸ ਤਰ੍ਹਾਂ ਦੇ ਵਿਸ਼ੇ ਕੁਝ ਤੁਹਾਨੂੰ ਆਲੇ ਦੁਆਲੇ ਦੇਖਣ ਨੂੰ ਮਿਲਦੇ ਨੇ ਤੇ ਕੁਝ ਤੁਹਾਡੇ ਅੰਦਰੋਂ ਉੱਠਦੇ ਆਪਣੇ ਜਜ਼ਬਾਤ ਨੇ। ਇਹ ਤੁਸੀਂ ਜ਼ਰੂਰ ਦੱਸੋ ਦਰਸ਼ਕਾਂ ਨੂੰ ਕਿ ਕਿੱਥੋਂ ਕਿੱਥੋਂ ਵਿਸ਼ੇ ਲੱਭ ਕੇ ਲਿਆਉਂਦੇ ਹੋ। ਵਿਸ਼ਾ ਕੋਈ ਨਹੀਂ, ਮੈਂ ਜੋ ਵੀ ਦੇਖਦੀ ਹਾਂ, ਜੇ ਮੈਨੂੰ ਹੁਣ ਕੋਈ ਦਰਖਤ ਦਿਸਦਾ ਆ, ਉਹਦੀ ਮੈਨੂੰ ਖੂਬਸੂਰਤੀ ਆ, ਬੇਸ਼ੱਕ ਉਹਦੇ ਪੱਤੇ ਝੜੇ ਹੋਏ ਪੱਤਝੜ ਤੋਂ ਬਾਅਦ ਉਹਦੇ ਵਿੱਚ ਇੱਕ ਤਸਵੀਰ ਝਲਕਦੀ ਨਜ਼ਰ ਆਉਂਦੀ ਆ, ਤੇ ਮੈਂ ਉਹਨੂੰ ਲਿਖਣ 'ਚ ਮੈਨੂੰ ਬਹੁਤ ਆਨੰਦ ਆਉਂਦਾ ਆ। ਠੀਕ ਹੈ। ਤੇ ਲਿਖਣ ਤੋਂ ਪਹਿਲਾਂ ਤੁਸੀਂ ਕੁਝ ਕਵਿਤਾਵਾਂ ਦੀਆਂ ਕਿਤਾਬਾਂ ਜਾਂ ਕੁਝ ਲੇਖਕਾਂ ਨੂੰ ਪੜ੍ਹਦੇ ਵੀ ਹੋ, ਜਾਂ ਪਹਿਲਾਂ ਪੜ੍ਹਿਆ ਹੋਇਆ ਹੀ ਜਿੰਨਾ ਵੀ, ਕਿਉਂਕਿ ਕਵਿਤਾ ਦੇ ਵਿੱਚ ਬਹੁਤ ਸਾਰੇ ਅਲੰਕਾਰ, ਬਿੰਬ ਤੇ ਬਹੁਤ ਸਾਰੇ ਹੋਰ ਪੰਜਾਬੀ ਅਖਾਣ, ਮੁਹਾਵਰੇ, ਬਹੁਤ ਸਾਰੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਟਿਪੀਕਲ ਆਪਾਂ ਵਰਤਦੇ ਹੈਗੇ ਆ, ਉਹਨਾਂ ਦਾ ਕੀ ਸਰੋਤ ਲੈਂਦੇ ਹੋ? ਕਿਤਾਬਾਂ ਪੜ੍ਹਦੇ ਹੋ ਜਾਂ ਸੁੱਤੇ ਸਿੱਧੀ ਦਿਲ ਵਿੱਚ ਆਉਂਦੇ ਨੇ? ਜਿੰਨੀਆਂ ਵੀ ਮੈਂ ਮੋਸਟਲੀ ਕਵਿਤਾਵਾਂ ਲਿਖੀਆਂ ਸਭ ਸੁੱਤੇ ਸਿੱਧੇ ਹੀ ਆਉਂਦੀਆਂ ਆ, ਜਿੱਦਾਂ ਮੈਂ ਕੋਈ ਸੋਚਿਆ ਨਹੀਂ ਹੁੰਦਾ ਕਿ ਮੈਂ ਲਿਖਣਾ। ਉਤਰਦੀ ਹੈ ਕਈ ਵਾਰੀ ਕਿਸੇ ਨੂੰ ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਵਰਦਾਨ ਆ ਜਾਏ, ਤੇ ਕਹਿੰਦੇ ਨੇ ਵੀ ਕਵਿਤਾ ਹੀ ਇੱਕ ਇਹੋ ਜਿਹੀ ਚੀਜ਼ ਹੈ ਮੇਰੇ ਖਿਆਲ ਦੇ ਵਿੱਚ ਜਿਹੜੀ ਬਣਾਈ ਨਹੀਂ ਜਾ ਸਕਦੀ। ਬਿਲਕੁਲ ਸਹੀ। ਤੇ ਜਿਹੜੀ ਆਪਣੇ ਆਪ ਧੁਰ ਤੋਂ ਕਿਸੇ ਦੇ ਉੱਪਰ ਕੋਈ ਉਸ ਚੀਜ਼ ਦਾ ਹੋਵੇ, ਬਖਸ਼ਿਸ਼ ਹੋਵੇ ਤਾਂ ਇਨਸਾਨ ਨੂੰ ਉਤਰਦੀ ਹੈ। ਵਿਸ਼ੇ ਜਿਹੜੇ ਨੇ ਉਹ ਤਾਂ ਬਹੁਤ ਫੈਲੇ ਹੋਏ ਆ ਸਮਾਜ ਦੇ ਵਿੱਚ ਨਾ। ਤੇ ਕਿਹੜਾ ਸਮਾਂ ਖਾਸ ਚੁਣਦੇ ਹੋ ਕਵਿਤਾ ਲਿਖਣ ਲਈ? ਮੇਰੇ ਕੋਲ ਕੋਈ ਖਾਸ ਸਮਾਂ ਨਹੀਂ ਹੁੰਦਾ। ਜੇ ਮੈਂ ਡਰਾਈਵ ਕਰਦੀ ਹਾਂ ਤੇ ਮੈਨੂੰ ਮੇਰੇ ਦਿਮਾਗ 'ਚ ਕੋਈ ਖਿਆਲ ਆਇਆ ਤੇ ਮੈਂ ਕਾਰ ਰੋਕ ਕੇ ਵੀ ਕਵਿਤਾ ਲਿਖ ਲੈਂਦੀ। ਠੀਕ, ਇਸ ਹੱਦ ਤੱਕ ਕਵਿਤਾ ਦੇ ਨਾਲ ਜੁੜੇ ਹੋਏ। ਅੱਛਾ ਬਲਬੀਰ, ਤੁਸੀਂ ਕੰਮ ਕੀ ਕਰਦੇ ਹੋ ਕੈਨੇਡਾ ਦੇ ਵਿੱਚ? ਮੈਂ ਕੰਮ ਕਰਦੀ ਹਾਂ, ਅਕਾਊਂਟਿੰਗ ਆਫਿਸ 'ਚ ਕੰਮ ਕਰਦੀ ਹਾਂ। ਕੰਮ ਤੇ ਤੁਹਾਡਾ ਬੜਾ ਨੀਰਸ ਆ। ਹਾਂਜੀ, ਬਹੁਤ ਨੀਰਸ ਹੈ। ਤੇ ਉਸ ਕੰਮ ਦੇ ਵਿੱਚੋਂ ਵੀ ਕਵਿਤਾ ਲੱਭਦੀ ਹੈ? ਹਾਂਜੀ ਬਿਲਕੁਲ। ਮੈਂ ਇੱਕ ਮੇਰੀ ਕਵਿਤਾ ਸੀ ਕੈਬਨਿਟ ਵਿਚਲੀਆਂ ਫਾਈਲਾਂ। ਅੱਛਾ ਜੀ। ਯਾਨੀ ਕਵਿਤਾ ਤੁਹਾਨੂੰ ਹਰ ਜਗ੍ਹਾ ਪਈ ਮਿਲਦੀ ਹੈ, ਹਰ ਜਗ੍ਹਾ ਤੁਹਾਨੂੰ ਜਿਹੜੀ ਕਵਿਤਾ ਹੈਗੀ ਹੈ ਚੀਜ਼ਾਂ ਚੋਂ, ਖਿਆਲਾਂ ਚੋਂ, ਤੇ ਅਕਾਊਂਟੈਂਟ ਦੇ ਕੰਮ ਦੇ ਵਿੱਚੋਂ ਵੀ ਕਵਿਤਾ ਜਿਹੜੀ ਹੈਗੀ ਹੈ ਝਲਕਦੀ ਹੈ। ਤੁਸੀਂ ਪਹਿਲਾਂ ਦੱਸਿਆ ਸਾਡੇ ਦਰਸ਼ਕਾਂ ਨੂੰ ਕਿ 3 ਬੇਟੀਆਂ ਨੇ ਤੁਹਾਡੀਆਂ, ਤੇ ਉਹ ਖੂਬਸੂਰਤ ਪਾਲ ਜਦੋਂ ਉਹ ਬੱਚੀਆਂ ਇਸ ਸੰਸਾਰ 'ਚ ਆਈਆਂ ਜਾਂ ਜਿਵੇਂ ਉਹ ਵੱਡੀਆਂ ਹੋ ਰਹੀਆਂ ਨੇ, ਤਾਂ ਫਿਰ ਤਾਂ ਤੁਹਾਨੂੰ ਬਹੁਤ ਕਵਿਤਾਵਾਂ ਦਰ ਕਵਿਤਾਵਾਂ ਨਜ਼ਰ ਆਉਂਦੀਆਂ। ਬਿਲਕੁਲ ਬਿਲਕੁਲ ਸਹੀ ਗੱਲ ਆ। ਬੇਟੀਆਂ ਤੁਹਾਡਾ ਕੀ ਕਹਿੰਦੇ ਹੁੰਦੇ ਆ,
ਤੁਹਾਨੂੰ ਉਹਨਾਂ ਵਿੱਚੋਂ ਆਪਣਾ ਬਚਪਨ ਦਿਖਦਾ ਆ ਹੈ ਨਾ, ਬਿਲਕੁਲ ਹੂਬਹੂ ਜੋ ਤੁਸੀਂ ਛੋਟੇ ਹੁੰਦਿਆਂ ਕੀਤਾ। ਤੁਸੀਂ ਜਦੋਂ ਉਹਨਾਂ ਨੂੰ ਦੇਖਦੇ ਬੜੀ ਖੁਸ਼ੀ ਹੁੰਦੀ ਆ, ਰੱਬ ਦੀਆਂ ਰਹਿਮਤਾਂ ਧੀਆਂ। ਬਿਲਕੁਲ ਬਿਲਕੁਲ ਬਿਲਕੁਲ। ਤੇ ਤੁਸੀਂ ਮੇਰੇ ਖਿਆਲ ਜਿਹੜੀ ਤੁਹਾਡੀ ਕਿਤਾਬ ਹੈ ਇਹ ਜ਼ਿੰਦਗੀ, ਇਹ ਆਪਣੀਆਂ ਧੀਆਂ ਨੂੰ ਧੀਆਂ ਤਰੀਕਾਂ ਦੇ ਨਾਂ ਤੁਸੀਂ ਇਸ ਕਿਤਾਬ ਨੂੰ ਜਿਹੜਾ ਹੈ ਸਮਰਪਿਤ ਕੀਤਾ ਹੈ, ਕਿਉਂਕਿ ਜੇ ਅਸੀਂ ਧੀਆਂ ਦੀ ਗੱਲ ਨਾ ਕਰਾਂਗੀਆਂ ਤੇ ਅਸੀਂ ਉਹਨਾਂ ਧੀਆਂ ਦੇ ਸਾਥ ਵਿੱਚ ਨਾ ਖੜਾਂਗੀਆਂ ਤਾਂ ਫਿਰ ਕੌਣ ਖੜੇਗਾ, ਕਿਉਂਕਿ ਸਾਨੂੰ ਪਹਿਲ ਕਦਮੀ ਕਰਨੀ ਪਊਗੀ ਸਾਨੂੰ। ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਦੋਂ ਸਮਾਜ ਦੇ ਅੰਦਰ ਰਿਸ਼ਤਿਆਂ ਦੀ ਇੰਨੀ ਉਥਲ-ਪੁਥਲ ਹੋ ਰਹੀ ਹੈ, ਰਿਸ਼ਤੇ ਕੱਚ ਦੀਆਂ ਵੰਗਾਂ ਵਾਂਗੂ ਤਿੜਕ ਰਹੇ ਨੇ, ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਸਮਾਜ ਨੂੰ ਕਿ ਕਿਹੜਾ ਦੌਰ ਹੋਰ ਸ਼ੁਰੂ ਕੀਤਾ ਜਾਵੇ ਜਾਂ ਕਿਸ ਗੱਲ ਤੇ ਪਹਿਰਾ ਦਿੱਤਾ ਜਾਵੇ ਕਿ ਇਹ ਜਿਹੜੀ ਰਿਸ਼ਤਿਆਂ ਦੀ ਟੁੱਟ ਭੱਜ ਕੁਝ ਘੱਟ ਹੋਵੇ? ਮੇਰੇ ਖਿਆਲ ਵਿੱਚ ਕਿ ਅਸੀਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਿਰਫ ਐਫਰਟ ਪਾ ਸਕਦੇ ਹਾਂ। ਠੀਕ। ਬਾਕੀ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਆ, ਦੂਸਰਿਆਂ ਨੂੰ ਬਦਲ ਨਹੀਂ ਸਕਦੇ। ਸੋ ਆਪਣੇ ਆਪ ਤੇ ਹਰ ਕੋਈ ਯਤਨ ਕਰੇ ਕਿ ਕੁਝ ਇੱਕ ਭਾਵੇਂ ਰਿਸ਼ਤਿਆਂ ਦੇ ਵਿੱਚ ਕਿਤੇ ਖੜੋਤ ਆਵੇ, ਕਿਤੇ ਟੁੱਟਣ ਦੀ ਨੌਬਤ ਆਵੇ, ਲੇਕਿਨ ਯਤਨ ਕਰਨਾ ਚਾਹੀਦਾ ਹੈ ਕਿ ਰਿਸ਼ਤੇ ਜਿਹੜੇ ਨਿਭਣ। ਬਿਲਕੁਲ ਸਹਿਣਸ਼ੀਲਤਾ ਦੀ ਲੋੜ ਆ, ਸਹਿਣਸ਼ੀਲਤਾ ਦੀ ਇਸ ਵਿੱਚ ਲੋੜ ਹੈ। ਬਿਲਕੁਲ ਬਹੁਤ ਦੁਰਸਤ ਫਰਮਾਇਆ ਤੁਸੀਂ, ਕਿਉਂਕਿ ਭਾਵੇਂ ਅਸੀਂ ਜਿਸ ਸਮਾਜ 'ਚ ਰਹਿ ਰਹੇ ਹਾਂ, ਪੱਛਮੀ ਸਮਾਜ ਦੀ ਗੱਲ ਕਰਦੇ, ਉਹਦੀਆਂ ਬਹੁਤੀਆਂ ਚੰਗੀਆਂ ਚੀਜ਼ਾਂ ਨੂੰ ਅਸੀਂ ਭਾਵੇਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਧਾਰੀਏ, ਲੇਕਿਨ ਜਿਹੜੀ ਇੱਥੇ ਰਿਸ਼ਤਿਆਂ ਦੀ ਟੁੱਟ ਭੱਜ ਹੈ ਇੱਥੇ ਸਿਖਰ ਤੇ ਆ। ਇਸ ਸਮਾਜ ਦੀ ਵੀ ਜਿਹੜੀ ਆਪਣੀ ਰਿਸ਼ਤਿਆਂ ਦੀ ਟੁੱਟ ਭੱਜ ਹੈ ਉਹ ਸਿਖਰ ਤੇ ਆ, ਔਰ ਅਸੀਂ ਉਸ ਨੂੰ ਹੂਬਹੂ ਅਪਣਾ ਰਹੇ ਹਾਂ। ਬਿਲਕੁਲ ਵੀ ਅਸੀਂ ਸੋਚ ਰਹੇ ਹਾਂ ਵੀ ਜੇ ਉਹ ਕਰਕੇ ਇਸ ਤਰ੍ਹਾਂ ਜੀ ਸਕਦੇ ਆ ਤਾਂ ਸਾਨੂੰ ਕੀ ਹੈ, ਲੇਕਿਨ ਸਾਡੇ ਸਮਾਜ ਦੀ ਜਿਹੜੀ ਬੁਨਿਆਦ ਆ ਉਹ ਰਿਸ਼ਤਿਆਂ ਦਾ ਜਿਹੜਾ ਸਾਂਝਾਪਣ ਆ, ਰਿਸ਼ਤਿਆਂ ਦੀ ਪੱਕੀ ਜਿਹੜੀ ਬੁਨਿਆਦ ਆ ਉਸ ਦੇ ਉੱਤੇ ਖੜੀ ਹੋਈ ਹੈ। ਹਾਂਜੀ ਬਿਲਕੁਲ, ਪਰ ਇਹ ਚੀਜ਼ਾਂ ਸਭ ਖਤਮ ਹੋ ਰਹੀਆਂ ਜੀ। ਜਿਵੇਂ ਅੱਗੇ ਹੁੰਦਾ ਸੀ ਮਾਸੀਆਂ, ਭੂਆ, ਚਾਚੀਆਂ, ਤਾਈਆਂ, ਉਹ ਚੀਜ਼ਾਂ ਹੌਲੀ ਹੌਲੀ ਖਤਮ ਹੋ ਰਹੀਆਂ। ਬਿਲਕੁਲ ਬਿਲਕੁਲ ਅਲੋਪ ਹੋ ਰਹੀਆਂ ਸਮਾਜ ਦੇ ਵਿੱਚ। ਤੇ ਉਹਦਾ ਦਰਦ ਵੀ ਕਦੀ ਕਵਿਤਾਵਾਂ ਦੇ ਵਿੱਚ ਝਲਕਦਾ ਹੈ। ਬਿਲਕੁਲ, ਮੈਂ ਲਿਖਦੀ ਤਾਂ ਸਭ ਕੁਝ ਹੀ ਆ, ਹਰ ਇੱਕ ਟਾਈਟਲ ਤੇ ਲਿਖਦੀ, ਹਰ ਇੱਕ ਤਰ੍ਹਾਂ। ਦੋ ਜਿਹੜੀਆਂ ਕਾਵਿ ਪੁਸਤਕਾਂ ਨੇ ਤੁਸੀਂ ਪੰਜਾਬੀ ਸਾਹਿਤ ਦੀ ਝੋਲੀ 'ਚ ਪਾ ਰਹੇ ਹੋ, ਤੇ ਅੱਗੋਂ ਕੀ ਲਿਖ ਰਹੇ ਹੋ ਹੁਣ ਤੁਸੀਂ? ਮੇਰੀ ਕੋਸ਼ਿਸ਼ ਹੈ, ਆਲਮੋਸਟ ਮੇਰੀ ਤੀਜੀ ਬੁੱਕ ਲਈ ਮਟੀਰੀਅਲ ਰੈਡੀ ਹੈ। ਠੀਕ ਹੈ। ਕੋਸ਼ਿਸ਼ ਹੈ ਕਿ ਇਸ ਸਾਲ ਦੇ ਐਂਡ ਤੱਕ, ਠੀਕ ਹੈ, ਜਾਂ ਨੈਕਸਟ ਈਅਰ 2015 'ਚ। ਠੀਕ ਹੈ ਜੀ। ਹਾਂਜੀ ਬਿਲਕੁਲ। ਤੇ ਉਸ ਦੀ ਕੋਈ ਨਵੀਂ ਕਵਿਤਾ ਦੀ ਸਾਂਝ ਸਾਡੇ ਸਰੋਤਿਆਂ ਨਾਲ ਇਸ ਵੇਲੇ ਜੇ ਤੁਹਾਡੇ ਕੋਲ ਹੈ ਤਾਂ ਜ਼ਰੂਰ ਪਾਓ। ਹਾਂਜੀ, ਮੈਂ ਕਵਿਤਾ ਸੁਣਾਉਂਗੀ। ਮੈਂ ਦੀਵਾਲੀ ਦੇ ਟਾਈਮ ਤੇ ਲਿਖੀ ਸੀਗੀ ਜੀ। ਸਾਡੀ ਕਾਹਦੀ ਏ ਦੀਵਾਲੀ, ਸਾਡੀ ਕਾਹਦੀ ਏ ਦੀਵਾਲੀ, ਅਸੀਂ ਹੋਏ ਬਰਬਾਦ, ਅਸੀਂ ਉਜੜੇ ਘਰਾਂ ਤੋਂ, ਸਾਡੇ ਹਿੱਸੇ 'ਚ ਜੁਦਾਈ, ਅਸਾਂ ਪਿੰਡੇ ਤੇ ਹੰਡਾਈ, ਅਸਾਂ ਖਾਧੀ ਬੜੀ ਮਾਰ ਵਿੱਚ ਸੰਨ 47, ਸਾਡੀ ਕਾਹਦੀ ਏ ਦੀਵਾਲੀ, ਸਾਡੀ ਕਾਹਦੀ ਏ ਦੀਵਾਲੀ, ਅਸੀਂ ਬਾਲ ਬਾਲ ਦੀਵੇ ਕਿਹੜੀ ਖੁਸ਼ੀ ਵਿੱਚ ਤਰੀਏ, ਧੀਆਂ ਭੈਣਾਂ ਕਰ ਨੰਗੀਆਂ, ਇੱਜ਼ਤ ਚੁਰਾਇਆਂ 'ਚ ਉਛਾਲੀ, ਸਾਡੀ ਕਾਹਦੀ ਏ ਦੀਵਾਲੀ, ਸਾਡੀ ਕਾਹਦੀ ਏ ਦੀਵਾਲੀ, ਪੁੱਤ ਜਿਉਂਦਿਆਂ ਦੇ ਗਲੇ ਇਹਨਾਂ ਟਾਇਰ ਪਾ ਕੇ ਸਾੜੇ, ਇਹਨਾਂ ਛੋਟੇ ਵੱਡੇ ਸਭ ਹਾਏ ਨੇ ਹੱਥੇ ਹੀ ਸੀ ਮਾਰੇ, ਇੱਥੇ ਵਿਲਕਦੀਆਂ ਨੇ ਮਾਵਾਂ ਕਿਤੇ ਕਰ ਸਭ ਖਾਲੀ, ਸਾਡੀ ਕਾਹਦੀ ਏ ਦੀਵਾਲੀ, ਸਾਡੀ ਕਾਹਦੀ ਏ ਦੀਵਾਲੀ, ਤੁਸੀਂ ਕਹਿੰਦੇ ਭੁੱਲ ਜਾਓ ਇਹ 84 ਵਾਲਾ ਦੌਰ, ਇਸ ਗੱਲ ਉੱਤੇ ਤੁਸੀਂ ਫਰਮਾਓ ਜ਼ਰਾ ਗੌਰ, ਨਾ ਮਿਲਿਆ ਇਨਸਾਫ, ਕਾਤਲ ਬੈਠੇ ਗੱਦੀਆਂ ਸੰਭਾਲੀ, ਸਾਡੀ ਕਾਹਦੀ ਏ ਦੀਵਾਲੀ, ਸਾਡੀ ਕਾਹਦੀ ਏ ਦੀਵਾਲੀ, ਸਾਡੀ ਕਾਹਦੀ ਏ ਦੀਵਾਲੀ। ਬਹੁਤ ਖੂਬ ਜੀ, ਬਹੁਤ ਖੂਬ। ਬਹੁਤ ਹੀ ਖੂਬਸੂਰਤ ਇਹ ਵੀ ਵਿਸ਼ਾ ਜਿਹੜਾ ਖਾਸ ਕਰਕੇ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ, ਜਿਹੜਾ ਕਦੀ ਨਾ ਭੁੱਲਣ ਵਾਲੀ ਗੱਲ, ਕਦੀ ਨਾ ਭੁੱਲਣ ਵਾਲਾ ਉਹ ਦੌਰ, ਤੇ ਤੁਸੀਂ ਉਸ ਦੇ ਉੱਤੇ ਵੀ ਆਪਣੀ ਜਿਹੜੀ ਕਲਮ ਨੂੰ ਅਜ਼ਮਾਇਆ ਹੈ। ਤੁਸੀਂ
ਜਿੱਥੇ ਇਸ ਤਰ੍ਹਾਂ ਦੀ ਸੰਜੀਦਾ ਕਵਿਤਾ ਮਨੁੱਖੀ ਰਿਸ਼ਤਿਆਂ ਦਾ ਘਾਣ ਔਰ ਇਸ ਦੇ ਨਾਲ ਸਮਾਜ ਦੇ ਵਿੱਚ ਜਿਹੜੀ ਬੇਇਨਸਾਫੀ, ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆਪਣੇ ਹੀ ਦੇਸ਼ ਵਿੱਚ ਆਪਣੇ ਦੇ ਨਾਲ ਹੋਈ ਬੇਇਨਸਾਫੀ ਹੈ, ਉਸ ਨੂੰ ਵੀ ਆਪਣੀ ਜਿਹੜੀ ਕਵਿਤਾ ਦੇ ਰੂਪ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਔਰ ਬਹੁਤ ਹੀ ਵਧੀਆ ਤੁਹਾਡੀ ਇਹ ਕਵਿਤਾ। ਤੁਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਕਵਿਤਾ ਲਿਖਣ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਪੰਜਾਬੀ ਦੇ ਨਾਮਵਰ ਸਾਹਿਤਕਾਰਾਂ ਨੂੰ, ਲੇਖਕਾਂ ਨੂੰ ਪੜ੍ਹਦੇ ਰਹੇ, ਤੇ ਪੁੱਛਣਾ ਚਾਹਾਂਗੀ ਕਿ ਕਿਹੜਾ ਖਾਸ ਕਵੀ ਤੁਹਾਡੇ ਦਿਲ ਦੇ ਨੇੜੇ, ਤੁਹਾਡੀ ਰੂਹ ਦੇ ਜ਼ਿਆਦਾ ਨੇੜੇ, ਜਾਂ ਜਿਸ ਤੋਂ ਤੁਸੀਂ ਆਪਣੇ ਆਪ ਨੂੰ ਪ੍ਰਭਾਵਿਤ ਹੋਏ ਸਮਝਦੇ ਹੋ? ਮੈਂ ਐਕਚੁਅਲੀ ਬਹੁਤ ਸਾਰੇ ਕਵੀਆਂ ਨੂੰ ਪੜ੍ਹਿਆ। ਮੈਂ ਸੁਰਜੀਤ ਪਾਤਰ ਸਾਹਿਬ, ਭਾਈ ਵੀਰ ਸਿੰਘ ਜੀ, ਹੋਰ ਅੱਜ ਕੱਲ੍ਹ ਦੇ ਨਵੇਂ ਪੋਇਟਸ ਨੂੰ ਬਹੁਤ ਪੜ੍ਹਿਆ ਆ, ਪਰ ਸਭ ਤੋਂ ਜ਼ਿਆਦਾ ਮੈਂ ਪ੍ਰਭਾਵਿਤ ਸ਼ਿਵ ਕੁਮਾਰ ਬਟਾਲਵੀ ਹੋਣਾ ਤੋਂ ਸੀਗੀ। ਮੈਂ ਉਹਨਾਂ ਨੂੰ ਬਹੁਤ ਪੜ੍ਹਿਆ, ਤੇ ਪਹਿਲਾਂ ਮੇਰੀ ਕਵਿਤਾ ਵਿੱਚ ਉਹਨਾਂ ਦਾ ਰੰਗ ਝਲਕਦਾ ਹੁੰਦਾ ਸੀਗਾ। ਠੀਕ ਹੈ। ਤੇ ਮੈਨੂੰ ਫਿਰ ਹੌਲੀ ਲੱਗਣ ਲੱਗ ਗਿਆ ਕਿ ਨਹੀਂ, ਮੈਨੂੰ ਵੀ ਆਪਣਾ ਕੋਈ ਅਲੱਗ ਬਣਾਉਣਾ ਚਾਹੀਦਾ ਆ, ਹੈ ਨਾ, ਕਿ ਕਿਸ ਖਿਆਲ ਦੇ ਹਾਂਜੀ ਬਿਲਕੁਲ ਕਵਿਤਾ ਨੇ ਬਣਾਏਗਾ। ਉਹਨਾਂ ਮੇਰੀ ਕਵਿਤਾ ਚ ਪਹਿਲਾਂ ਬਿਲਕੁਲ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਰਦੀ ਦਰਦ ਔਰ ਹਰ ਇੱਕ ਤਰ੍ਹਾਂ ਦਾ ਦਰਦ ਜਿਹੜਾ ਉਸ ਕਵਿਤਾ ਦੇ ਵਿੱਚੋਂ। ਤੇ ਇਹ ਤੁਸੀਂ ਕਿਸੇ ਆਪਣੀ ਕਵਿਤਰੀ, ਕਿਉਂਕਿ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਨਾਮਵਰ ਕਵਿਤਰੀਆਂ ਵੀ ਹੋਈਆਂ ਨੇ ਜਿਨ੍ਹਾਂ ਨੇ ਖੁੱਲ੍ਹ ਕੇ ਬਹੁਤ ਸਾਰੇ ਐਸੇ ਵਿਸ਼ਿਆਂ ਤੇ ਲਿਖਿਆ ਉਸ ਸਮੇਂ ਜਦੋਂ ਉਸ ਵਿਸ਼ੇ ਨੂੰ ਸਮਾਜ ਦੇ ਵਿੱਚ ਟਾਬੂ ਵੀ ਮੰਨਿਆ ਜਾਂਦਾ ਹੋਏਗਾ। ਉਹਨਾਂ ਤੇ ਜਿੱਦਾਂ ਅੰਮ੍ਰਿਤਾ ਉਹਨਾਂ ਦੀ ਗੱਲ ਕਰਦੇ, ਹਾਂਜੀ ਮੈਂ ਉਹੀ ਨਾਮ ਸੁਖਵਿੰਦਰ ਅਮਰ ਦੀ, ਹਾਂਜੀ ਗੱਲ ਕਰ ਦੋ, ਤੇ ਉਹਨਾਂ ਦੀਆਂ ਕਵਿਤਾਵਾਂ ਵੀ ਤੁਹਾਨੂੰ ਪ੍ਰਭਾਵਿਤ ਕਰਦੀਆਂ? ਹਾਂਜੀ, ਮੈਂ ਉਹਨਾਂ ਨੂੰ ਬਹੁਤ ਪੜ੍ਹਦੀ ਹਾਂ, ਉਹਨਾਂ ਨੂੰ ਵੀ। ਠੀਕ ਹੈ। ਪਰ ਜਦੋਂ ਮੈਂ ਲਿਖਣਾ ਹੁੰਦਾ ਫਿਰ ਮੈਂ ਆਪਣਾ ਹੀ ਜੋ ਮੇਰੇ ਦਿਮਾਗ ਚ ਆਉਂਦਾ ਬਸ ਖਿਆਲ ਆਉਂਦਾ ਹੈਗਾ, ਉਹਨੂੰ ਹੀ ਤੁਸੀਂ ਆਪਣੇ। ਤੇ ਇਹ ਕਵਿਤਾ ਤੋਂ ਇਲਾਵਾ ਵੀ ਤੁਸੀਂ ਕਿਸੇ ਸਾਹਿਤ ਦੇ ਹੋਰ ਵੰਨਗੀ ਦੇ ਵਿੱਚ ਵੀ ਹੱਥ ਅਜ਼ਮਾਇਆ ਕਦੀ, ਜਾਂ ਸੋਚਿਆ ਕਿ ਕਦੀ ਕੋਈ ਲੇਖ, ਕੋਈ ਹੋਰ ਕਹਾਣੀ ਜਾਂ ਕਿਸੇ ਹੋਰ ਰੂਪ ਦੇ ਵਿੱਚ ਵੀ ਆਪਣੀ ਗੱਲ ਜਿਹੜੀ ਹੈ ਸਮਾਜ ਨਾਲ ਕੀਤੀ ਜਾ ਸਕਦੀ? ਨਹੀਂ, ਹਜੇ ਮੈਂ ਕੋਈ ਲੇਖ ਵਗੈਰਾ ਨਹੀਂ ਲਿਖਣਾ ਸ਼ੁਰੂ ਕੀਤਾ, ਨਾ ਹੀ ਹਜੇ ਤੱਕ ਕਹਾਣੀਆਂ ਵੱਲ ਗਈ ਹਾਂ। ਸਿਰਫ ਕਵਿਤਾ ਤੱਕ ਹੀ ਹਜੇ ਸੀਮਤ ਆ। ਤੇ ਜਦੋਂ ਤੁਸੀਂ ਕਾਲਜ ਦੇ ਦਿਨਾਂ ਦੇ ਵਿੱਚ ਸੀ, ਉਦੋਂ ਤੁਸੀਂ ਦੱਸਿਆ ਕਿ ਉਦੋਂ ਤੁਹਾਨੂੰ ਅਜੇ ਲਿਖਣ ਦਾ ਐਡਾ ਕੋਈ ਚਸਕਾ ਨਹੀਂ ਸੀ, ਪਰ ਤੁਸੀਂ ਉਸ ਵੇਲੇ ਦੂਸਰਿਆਂ ਦੇ ਕਵਿਤਾਵਾਂ ਸਟੇਜਾਂ, ਕਿਉਂਕਿ ਬਹੁਤ ਅੱਛੀ ਤਰਨਮ ਤੁਹਾਡੇ ਦੇ ਕੋਲ, ਵਧੀਆ ਆਵਾਜ਼ ਵੀ ਹੈ, ਇਸ ਤਰ੍ਹਾਂ ਵੀ ਕੋਈ ਤੁਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦੇ ਸੀ, ਜਾਂ ਆਪਣੇ ਉਦੋਂ ਅਜੇ ਐਡਾ ਰੁਝਾਨ ਨਹੀਂ ਸੀ? ਨਹੀਂ, ਮੇਰਾ ਉਸ ਟਾਈਮ ਇੱਧਰ ਵੱਲ ਕੋਈ ਰੁਝਾਨ ਨਹੀਂ ਸੀ, ਨਾ ਮੈਂ ਹਜੇ ਲਿਖਣਾ ਸ਼ੁਰੂ ਕੀਤਾ ਸੀ। ਸਿਰਫ ਪੜ੍ਹਨ ਦਾ ਹੀ ਸ਼ੌਂਕ ਸੀਗਾ, ਤੇ ਕਦੀ ਕੋਈ ਸਟੇਜ ਤੇ ਬੋਲਣ ਦਾ ਕਦੀ ਮੌਕਾ ਨਹੀਂ ਮਿਲਿਆ ਪਹਿਲਾਂ। ਠੀਕ ਹੈ। ਬਹੁਤ ਵਧੀਆ ਕਿ ਤੁਸੀਂ ਇੱਥੇ ਪ੍ਰਦੇਸ਼ ਦੇ ਵਿੱਚ ਆ ਕੇ ਵੀ ਆਪਣੀ ਬੋਲੀ ਦੇ ਨਾਲ ਔਰ ਆਪਣੀਆਂ ਜਿਹੜੀਆਂ ਭਾਵਨਾਵਾਂ ਨੇ ਉਸ ਨੂੰ ਵਿਅਕਤ ਕਰਨ ਵਾਸਤੇ ਆਪਣੀ ਭਾਸ਼ਾ, ਆਪਣੀ ਮਾਂ ਬੋਲੀ ਨੂੰ ਹੀ ਜ਼ਰੀਆ ਚੁਣਿਆ ਹੈਗਾ। ਕਿਉਂਕਿ ਬਹੁਤ ਸਾਰੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਪ੍ਰਦੇਸ਼ਾਂ ਦੇ ਵਿੱਚ ਆ ਜਾਂਦੇ ਹਾਂ, ਸਾਨੂੰ ਲੱਗਦਾ ਹੈ ਕਿ ਪੰਜਾਬੀ ਜਿਹੜੀ ਆ ਇਸ ਨੇ ਸਾਨੂੰ ਕਿਸੇ ਪਾਸੇ ਨਹੀਂ ਪਹੁੰਚਾਉਣਾ, ਜਾਂ ਸਾਡੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਨੀ। ਤੇ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਖਿਆਲ ਹੈ, ਜਾਂ ਪੰਜਾਬੀ ਦੀ ਜਿਹੜੀ ਸਥਿਤੀ ਹੈ ਕੁਝ ਅਲੱਗ ਹੈ ਇੱਥੇ ਨਾਲੋਂ? ਇੱਥੇ ਆਪਣੇ ਕੈਨੇਡਾ ਦੇ ਵਿੱਚ ਇੰਡੀਆ ਦੇ ਨਾਲੋਂ ਇੱਥੇ ਲੋਕ ਪੰਜਾਬੀ ਨੂੰ ਜ਼ਿਆਦਾ ਪੜ੍ਹਦੇ ਲਿਖਦੇ ਆ। ਇੱਥੇ ਲਿਖਣ ਵਾਲੇ ਵੀ ਬਹੁਤ ਨੇ ਤੇ ਪੜ੍ਹਨ ਵਾਲੇ ਵੀ ਬਹੁਤ ਹੈਗੇ ਆ। ਤੇ ਇੱਥੇ ਜਿਵੇਂ ਜੌਬਸ ਦੀ ਤੁਸੀਂ ਕਹਿੰਦੇ ਆ, ਹਰ ਇੱਕ ਜੌਬਸ ਤੇ ਮੋਸਟਲੀ ਪੰਜਾਬੀ ਵੀ ਬੋਲਣ ਵਾਲੇ ਹੈਗੇ ਆ, ਪੰਜਾਬੀ ਨੂੰ ਵੀ ਪਹਿਲ ਦਿੱਤੀ ਜਾਂਦੀ ਆ। ਤੇ ਬਾਕੀ ਜਿਹੜੇ ਨਵੇਂ ਬੱਚੇ ਉੱਥੋਂ ਦੇ ਜੰਮਪਲ ਬੱਚੇ, ਜਿਹੜੇ ਛੋਟੀ ਅਗਲੀ ਪੀੜ੍ਹੀ, ਤੁਹਾਡੀਆਂ ਬੇਟੀਆਂ, ਜਾਂ ਕੀ ਉਹ ਵੀ ਪੰਜਾਬੀ ਦੇ ਨਾਲ ਜੁੜੇ ਹੋਏ ਨੇ? ਹਾਂਜੀ ਬਿਲਕੁਲ, ਕਾਫੀ ਸਾਡੇ ਪੰਜਾਬੀ ਸਕੂਲ ਹੈਗੇ ਆ ਉੱਥੇ। ਠੀਕ ਹੈ, ਬੱਚਿਆਂ ਨੂੰ ਲੋਕ ਪੰਜਾਬੀ ਸਿਖਾ ਰਹੇ, ਯਾਨੀ ਕਿ ਇਹ ਕਹਿ ਦੇਣਾ ਕਿ ਬਿਲਕੁਲ ਲੋਕ ਪੰਜਾਬੀ ਨਾਲੋਂ ਟੁੱਟ ਰਹੇ ਐ, ਐਸਾ ਨਹੀਂ ਹੈ। ਉੱਥੇ ਜਿਹੜਾ ਪੰਜਾਬੀ ਦਾ ਬੋਲਬਾਲਾ ਆ ਉਹ ਮੇਰੇ ਖਿਆਲ ਪੰਜਾਬ ਨਾਲੋਂ ਵੀ ਜ਼ਿਆਦਾ ਆ ਨਾ? ਬਿਲਕੁਲ। ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਜੋ ਪੰਜਾਬੀ ਦੀ ਤਰਾਸਦੀ ਹੈ ਔਰ ਜੋ ਪੰਜਾਬੀ ਦੀ ਹਾਲਾਤ ਆ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਔਰ ਬਾਕੀ ਜਿਹੜੇ ਸਾਡੇ ਵਰਗੇ ਜਰਮਨੀ ਜਾਂ ਹੋਰ ਛੋਟੇ ਹਾਲੈਂਡ, ਬੈਲਜੀਅਮ, ਇਹਨਾਂ ਮੁਲਕਾਂ ਦੇ ਵਿੱਚ ਸਾਡੇ ਕੋਲ ਅਜੇ ਤੱਕ ਕੋਈ ਇਸ ਤਰ੍ਹਾਂ ਦੇ ਸਾਧਨ ਨਹੀਂ ਬਣ ਸਕੇ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ। ਲੇਕਿਨ ਖੁਸ਼ਕਿਸਮਤ ਦੇਸ਼ ਨੇ ਕੈਨੇਡਾ, ਅਮਰੀਕਾ ਜਾਂ ਇੰਗਲੈਂਡ, ਜਿੱਥੇ ਜ਼ਰੀਆ ਬਣੀ ਹੋਈ ਹੈ ਭਾਸ਼ਾ। ਔਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਪਾਸੇ ਪ੍ਰੇਰਿਤ ਕਰਦੇ ਹੋ? ਮੈਂ ਐਕਚੁਅਲੀ ਮੇਰੀਆਂ ਬੇਟੀਆਂ ਪੰਜਾਬੀ ਬੋਲਦੀਆਂ, ਪਰ ਉਹਨੂੰ ਹਜੇ ਲਿਖਣੀ ਪੜ੍ਹਨੀ ਨਹੀਂ ਆਉਂਦੀ ਹੈਗੀ। ਠੀਕ ਹੈ। ਕਿਉਂਕਿ ਜੇ ਉੱਥੇ ਸਾਧਨ ਨੇ ਤਾਂ ਬੰਦਾ ਉਹਨਾਂ ਨੂੰ ਜ਼ਰੂਰ ਵਰਤ ਕੇ ਉਸ ਦੇ ਵੱਲ ਵਧੇਗਾ। ਤੇ ਤੁਸੀਂ ਹੋਰ ਕੋਈ ਗੱਲ ਸਾਡੇ ਦਰਸ਼ਕਾਂ ਦੇ ਨਾਲ, ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬੜੀ ਕੋਲ ਦੀ ਸੀ, ਤੇ ਮੈਂ ਇਹ ਆਪਣੇ ਤੁਹਾਡੀ ਕਵਿਤਾ ਸੁਣਨ ਵਾਲਿਆਂ ਤੇ ਪੜ੍ਹਨ ਵਾਲਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਨੀ ਚਾਹੋਗੇ, ਸ਼ੇਅਰ ਸਾਡੇ ਆਪਣੇ ਦਰਸ਼ਕਾਂ ਦੇ ਨਾਲ? ਨਹੀਂ, ਕੁਛ ਇਹੋ ਜਿਹਾ ਤੱਕ ਨਹੀਂ ਹੈ, ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਚੰਗਾ ਪੜ੍ਹੋ,
ਠੀਕ ਹੈ। ਤੇ ਚੰਗਾ ਪੜ੍ਹਨ ਵਾਲੇ ਲਿਖਣ ਵਾਲਿਆਂ ਨੂੰ ਸਹਿਯੋਗ ਦਿਓ, ਕਿਉਂਕਿ ਜੇ ਅਸੀਂ ਉਸ ਜੋ ਲਿਖਿਆ ਗਿਆ ਆ ਉਹਨੂੰ ਅਸੀਂ ਪੜ੍ਹਦੇ ਹੀ ਨਹੀਂ ਤੇ ਉਸ ਚੀਜ਼ ਤੇ ਅਸੀਂ ਅਸਰ ਕਿੱਦਾਂ ਕਰਾਂਗੇ। ਬਿਲਕੁਲ, ਇੱਕ ਲਿਖਣ ਵਾਲੇ ਦੀ ਮੁਰਾਦ ਆਪਣੇ ਪਾਠਕ ਵਰਗ ਤੋਂ ਇਹੀ ਹੁੰਦੀ ਹੈ ਕਿ ਉਹਦੀ ਰਚਨਾ ਨੂੰ ਪੜ੍ਹ ਕੇ ਭਾਵੇਂ ਉਹ 'ਚ ਕਮੀਆਂ ਹੋਣ, ਕਮੀਆਂ ਦੱਸੀਆਂ ਜਾਣ, ਜੇ ਉਹਦੇ ਵਿੱਚ ਕੋਈ ਖੂਬਸੂਰਤੀ ਹੈ ਤਾਂ ਉਸ ਨੂੰ ਸਰਾਹਿਆ ਜਾਏ ਤੇ ਹੱਲਾਸ਼ੇਰੀ ਦਿੱਤੀ ਜਾਏ, ਕਿਉਂਕਿ ਹੋਰ ਤਾਂ ਕੁਝ ਲੇਖਕ ਸਮਾਜ ਤੋਂ ਚਾਹੁੰਦਾ ਵੀ ਨਹੀਂ ਹੈ ਕਿ ਉਹ ਉਸ ਨੂੰ ਇਸ ਬਦਲੇ ਦੇ ਵਿੱਚ ਦੇਵੇ। ਔਰ ਜ਼ਰੂਰ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਸਾਹਿਤ ਦੇ ਨੇੜੇ ਹੋਣ ਉਹਨਾਂ ਨੂੰ ਪੜ੍ਹਨਾ ਚਾਹੀਦਾ। ਲੇਕਿਨ ਬਲਬੀਰ, ਇੱਕ ਗੱਲ ਜਿਹੜੀ ਆ ਰਹੀ ਹੈ ਕਿ ਅੱਜ ਕੱਲ੍ਹ ਆਮ ਸਾਡੇ ਸੁਣਨ ਵਾਲਿਆਂ ਦਾ, ਪੜ੍ਹਨ ਵਾਲਿਆਂ ਦਾ ਇਹ ਸ਼ਿਕਵਾ ਹੁੰਦਾ ਹੈ ਕਿ ਪ੍ਰਦੇਸਾਂ ਵਿੱਚ ਰਹਿੰਦੇ ਸਾਹਿਤਕਾਰ, ਲੇਖਕ, ਕਵੀ ਜਨ ਪੈਸੇ ਦੇ ਜ਼ੋਰ ਨਾਲ ਆਪਣੀਆਂ ਕਿਤਾਬਾਂ ਛਪਵਾ ਕੇ, ਜਿਹਦੇ ਵਿੱਚ ਕਈ ਵਾਰੀ ਉਹ ਕਵਿਤਾ ਦੇ ਨੇੜੇ ਤੇੜੇ ਦੀ ਗੱਲ ਵੀ ਨਹੀਂ ਹੁੰਦੀ, ਤੇ ਜਿਹਨੂੰ ਕਹਿ ਦਿੰਦੇ ਆ ਵੀ ਜਿੱਦਾਂ ਹੋਰ ਚੀਜ਼ਾਂ ਦੇ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ, ਸਾਹਿਤ ਦੇ ਵਿੱਚ ਪ੍ਰਦੂਸ਼ਣ ਵੀ ਵੱਧ ਰਿਹਾ ਹੈ ਨਾ। ਮਤਲਬ ਕਾਹਲੀ ਕਾਹਲੀ ਅੱਜ ਹੀ ਖਿਆਲ ਆਇਆ, ਅੱਜ ਹੀ ਕਵਿਤਾ ਲਿਖੀ ਤੇ ਪਰਸੋਂ ਕਿਤਾਬ ਛਪਾ ਲਈ, ਤੇ ਕਿਤਾਬ ਸਿਰਫ ਇਸ ਕਰਕੇ ਛਪਵਾਈ ਵੀ ਉਹ ਮੇਰੀ ਕਿਤਾਬ ਹੋਵੇ ਨਾ। ਇਹ ਰੁਝਾਨ ਬਹੁਤ ਵਧਿਆ ਹੋਇਆ ਸਮਾਜ ਦੇ ਵਿੱਚ, ਤੇ ਇਹਨੇ ਫਿਰ ਸਾਡਾ ਜਿਹੜਾ ਪਾਠਕ ਵਰਗ ਆ ਤੇ ਉਹਨੂੰ ਪਿੱਛੇ ਨੂੰ ਖਿੱਚਿਆ। ਇਸ ਬਾਰੇ ਕੀ ਕਹੋਗੇ ਤੁਸੀਂ? ਇਹ ਬਿਲਕੁਲ, ਮੈਨੂੰ ਵੀ ਇਹ ਲੱਗਾ ਕਿ ਲੋਕ ਨਵੇਂ ਪੋਇਟਸ ਜਿਹੜੇ ਕਵੀ ਆ ਰਹੇ ਉਹਨਾਂ ਨੂੰ ਬਹੁਤ ਘੱਟ ਪੜ੍ਹਦੇ ਆ। ਉਹਨਾਂ ਨੂੰ ਵੀ ਇਹੀ ਲੱਗਦਾ ਹੈ ਕਿ ਸਿਰਫ ਜਿਵੇਂ ਕਿ ਪੈਸੇ ਦੇ ਕੇ ਕਿਤਾਬ ਛਪਵਾਈ ਆ, ਇਹਦੇ ਵਿੱਚ ਸ਼ਾਇਦ ਕੁਝ ਨਹੀਂ ਹੈਗਾ ਸੁਣਨ ਜਾਂ ਪੜ੍ਹਨ ਨੂੰ। ਪਰ ਬਹੁਤ ਸਾਰੇ ਲੇਖਕ ਇੱਕੋ ਜਿਹੇ ਨਹੀਂ ਹੁੰਦੇ। ਬਿਲਕੁਲ ਬਿਲਕੁਲ। ਤੇ ਕਈਆਂ ਦੀ, ਮੈਂ ਕਹਿੰਦੀ ਨਾ, ਕਈਆਂ ਦੀ ਸਿਰਫ ਮਨ ਬਿਰਤੀ ਹੁੰਦੀ ਹੈ ਵੀ ਮੇਰੀ ਕੋਈ ਕਿਤਾਬ ਛਪ ਜੇ ਤੇ ਮੇਰਾ ਨਾਂ ਹੋ ਜੇ ਨਾ, ਭਾਵੇਂ ਉਹ ਮੇਰੇ ਵਰਗੇ ਕੋਈ ਖਿਆਲ ਹੋਵੇ ਨਾ ਕੋਈ, ਤੇ ਉਹਦੇ ਨਾਲ ਜਿਹੜਾ ਇੱਕ ਵੱਟਾ ਲੱਗਦਾ। ਜਿਹੜੇ ਵਾਕਈ ਲਿਖਣ ਵਾਲੇ ਆ ਉਹਨਾਂ ਨੂੰ ਵੀ ਲੱਗਦਾ ਹੈਗਾ ਵੀ ਉਹ ਲਿਖਣ ਵਾਲੇ ਸੀ, ਉਹਨਾਂ ਦੇ ਅੰਦਰ ਕਵਿਤਾ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਆ ਰਹੀ ਸੀ ਜਾਂ ਤੇ ਉਹ ਕਿਉਂਕਿ ਪਿੱਛੇ ਜੇ ਇੱਕ ਵਿਸ਼ਲੇਸ਼ਣ ਆਇਆ ਸੀ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਪੰਜਾਬੀ ਪਾਠਕਾਂ ਦੀ ਗਿਣਤੀ ਦੇ ਵਿੱਚ ਚੰਗਾ ਮਤਲਬ ਘਾਟਾ ਹੋਇਆ ਆ। ਔਰ ਇਹਦੇ ਪਿੱਛੇ ਵੱਡਾ ਕਾਰਨ ਇਹ ਹੀ ਰਿਹਾ ਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਰਿਹਾ ਕਿ ਕੁਝ ਕਿਤਾਬਾਂ ਸਿਰਫ ਕਿਤਾਬਾਂ ਕਰਕੇ ਲਿਖੀਆਂ ਗਈਆਂ ਵੀ ਮੇਰੀ ਕਿਤਾਬ ਹੋਵੇ ਨਾ। ਹਾਂਜੀ, ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਲਿਖਦੇ ਆ, ਕਿਤਾਬ ਇੱਕ ਅੱਧੀ ਛਪਵਾ ਲਓ, 10-12 ਕਿਤਾਬਾਂ ਨਾਲੋਂ ਇੱਕ ਵਧੀਆ ਕਿਤਾਬ ਛਪਵਾ ਲਓ ਕਿ ਜਿਹੜੀ ਕਿ ਲੋਕ ਪੜ੍ਹ ਕੇ ਕਹਿਣ ਕਿ ਵਾਕਈ ਕਿਤਾਬ ਲਿਖੀ ਹੈ। ਬਿਲਕੁਲ, ਇਸ ਵਿਸ਼ੇ ਨੂੰ ਜ਼ਰੂਰ ਕਿਸੇ ਵੇਲੇ ਆਪਣੀ ਕਵਿਤਾ ਦੇ ਵਿੱਚ ਛੂਹਿਓ, ਤੇ ਤਾਂ ਜੋ ਮਤਲਬ ਕਈ ਆਪੂ ਬਣੇ ਸਾਹਿਤਕਾਰ ਹੁੰਦੇ, ਜਿਹੜੇ ਆਪੇ ਬਣੇ ਲੇਖਕ ਹੁੰਦੇ ਆ, ਜਾਂ ਕਿਸੇ ਦੀ, ਕਿਉਂਕਿ ਅੱਜ ਕੱਲ੍ਹ ਇੱਕ ਇੰਟਰਨੈਟ ਦਾ ਯੁੱਗ ਆ, ਤੁਸੀਂ ਵੀ ਦੇਖਦੇ ਹੋਵੋਗੇ ਜਿਹੜੀਆਂ ਸੋਸ਼ਲ ਸਾਈਟਸ ਆ, ਕਿਸੇ ਦੀ ਕਵਿਤਾ ਕਾਪੀ ਪੇਸਟ ਕੀਤੀ ਆਪਣੇ ਨਾਂ ਤੇ ਪਾਈ। ਬਿਲਕੁਲ, ਬਹੁਤ ਚੋਰੀ ਹੋ ਰਹੀ ਆ। ਮੋਸਟਲੀ ਲੋਕ ਇਦਾਂ ਹੀ ਕਰਦੇ ਆ। ਆਮ ਦੇਖਣ ਚ ਆਇਆ ਕਿ ਕਵਿਤਾ ਕਿਸੇ ਦੀ ਚੁੱਕੀ ਆ, ਉਹਦਾ ਨਾਂ ਨਹੀਂ ਦੱਸਣਾ ਕਿ ਕਿਹਨੇ ਲਿਖੀ ਆ, ਥੱਲੇ ਆਪਣਾ ਨਾਂ ਲਿਖ ਦੇਣਾ। ਹਾਲਾਂਕਿ ਉਹ ਬਹੁਤ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੋਈ ਕਵਿਤਾ ਇਹੋ ਜਿਹੀ ਪਾਈ, ਬਹੁਤ ਨਾਮਵਰ ਲੇਖਕ ਦੀ ਕਵਿਤਾ ਹੁੰਦੀ ਹੈ ਤੇ ਜਿਹੜੀ ਬੜੀ ਪ੍ਰਸਿੱਧ ਵੀ ਹੋਈ ਹੁੰਦੀ ਹੈ, ਤੇ ਉਹਦੇ ਥੱਲੇ ਆਪਣਾ ਨਾਮ ਪਾਇਆ ਹੁੰਦਾ ਵੀ ਮੇਰੇ ਖਿਆਲ ਦੇ ਅਨੁਸਾਰ ਆਹ ਚੀਜ਼ ਜਿਹੜੀ ਆ ਉਹ ਇਦਾਂ ਆ। ਤੇ ਤੁਸੀਂ ਇਹਦੇ ਬਾਰੇ ਜ਼ਰੂਰ ਤੁਸੀਂ ਆਪਣਾ ਵਿਚਾਰ ਜਿਹੜਾ ਦੱਸੋ ਵੀ ਪੜ੍ਹਨ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਚੀਜ਼ ਤੇ ਮਤਲਬ ਆਪਣੇ ਆਪ ਦੇ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਇਸੇ ਗੱਲ ਤੋਂ। ਬਿਲਕੁਲ ਜੀ, ਚੋਰੀ ਆ ਉਹ, ਚਾਹੇ ਸਾਹਿਤ ਦੀ ਆ ਚਾਹੇ ਕੁਝ ਹੋਰ ਆ, ਚੋਰੀ ਤਾਂ ਚੋਰੀ ਆ, ਰਾਈਟ। ਤੇ ਬਾਕੀ ਦੂਜਿਆਂ ਦੀ ਕਵਿਤਾ ਜਾਂ ਉਹਨਾਂ ਦਾ ਲਿਖਿਆ ਹੋਇਆ ਕੁਝ ਚੋਰੀ ਕਰਕੇ ਤੁਸੀਂ ਨਾ ਤਾਂ ਸਾਹਿਤਕਾਰ ਬਣੇ ਜਾਣਾ ਆ, ਤੇ ਸੋ ਬਿਲਕੁਲ ਸੰਕੋਚ ਕਰਨਾ ਚਾਹੀਦਾ ਹੈ। ਔਰ ਜੇ ਤੁਹਾਡੇ ਅੰਦਰ ਕੋਈ ਖਿਆਲ ਹੈ ਤਾਂ ਉਹਨੇ ਆਪਣੇ ਆਪ ਬਾਹਰ ਆ ਜਾਣਾ ਨਾ, ਤੇ ਜੇ ਤੁਹਾਨੂੰ ਇੰਨਾ ਸ਼ੌਕ ਹੈ ਤੇ ਆਪਣੇ ਦਮ ਤੇ ਲਿਖਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਸ ਗੱਲ ਨੂੰ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ ਸੀ। ਮੈਨੂੰ ਵੀ ਕਈ ਵਾਰੀ ਆਪਣੇ ਪੜ੍ਹਨ ਵਾਲੇ ਜਾਂ ਲਿਖਣ ਵਾਲੇ ਇਸ ਗੱਲ ਨੂੰ, ਕਿਉਂਕਿ ਜਿਹੜੇ ਲੋਕ ਨਿਰੰਤਰ ਟਿਕ ਕੇ ਲਿਖ ਰਹੇ ਨੇ, ਜਿਹੜੇ ਆਪਣੇ ਕੰਮ ਵਿੱਚੋਂ ਤੁਹਾਡੇ ਵਾਂਗੂ ਸਮਾਂ ਕੱਢ ਕੇ, ਕੰਮ ਕੱਢ ਕੇ ਕਵਿਤਾ ਦੀ ਰਚਨਾ ਕਰ ਰਹੇ ਆ, ਔਰ ਜਦੋਂ ਜਿਹੜੇ ਨਹੀਂ ਕਰ ਰਹੇ ਉਹ ਵੀ ਆਪਣੇ ਆਪ ਨੂੰ ਤੇ ਇਹਦੇ ਵਿੱਚ ਇੱਕ ਜਿਹੜਾ ਫਰਕ ਜਿਹੜਾ ਆ ਉਹ ਸਮਾਜ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ। ਤੁਹਾਨੂੰ ਸਭ ਤੋਂ, ਜਿਵੇਂ ਤੁਸੀਂ ਕਿਹਾ ਕਿ ਕਵਿਤਾ ਦਾ ਤੁਹਾਡਾ ਕੋਈ ਸਮਾਂ ਨਹੀਂ, ਕਿਸੇ ਵੀ ਵੇਲੇ ਤੁਸੀਂ ਕਵਿਤਾ ਲਿਖਦੇ, ਪਰ ਤੁਹਾਡੀ ਜੀਵਨ ਬੜਾ ਰੁਝੇਵਿਆਂ ਭਰਿਆ ਹੈ। ਬੱਚੇ ਨੇ, ਕੰਮ ਆ, ਉਸ ਤੋਂ ਬਾਅਦ ਪਰਿਵਾਰ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਪਰ ਦਿਨ ਦੇ ਵਿੱਚ ਕੋਈ ਖਾਸ 1-2 ਘੰਟਾ ਕੋਈ ਐਸਾ ਕੋਈ ਸਮਾਂ ਰੱਖਿਆ ਹੋਇਆ ਹੈ ਤੁਸੀਂ ਵੀ ਇਸ ਵੇਲੇ ਕੁਝ ਆਪਣੇ ਵਾਸਤੇ ਸਮਾਂ ਕੱਢ ਲੈਣਾ? ਨਹੀਂ, ਉਹਦਾ ਕੋਈ ਟਾਈਮ ਨਹੀਂ ਹੈਗਾ। ਮੋਸਟਲੀ ਜੇ ਕੰਮ ਤੋਂ ਵਾਪਸ ਆ ਕੇ ਘਰ ਆ ਕੇ ਥੋੜਾ ਟਾਈਮ ਕੱਢਦੀ ਹਾਂ, ਨਹੀਂ ਤਾਂ ਸੌਣ ਤੋਂ ਪਹਿਲਾਂ ਤਾਂ ਜ਼ਰੂਰ ਜੇ ਕੋਈ ਹੌਬੀ ਨੂੰ ਆਪਣੀ ਨੂੰ ਅੱਗੇ ਵਧਾਉਣ ਲਈ ਜਾਂ ਲਿਖਣਾ ਆ ਜਾਂ ਥੋੜਾ ਬਹੁਤ
ਤਰਨਮ ਚ ਗਾਉਣ ਦਾ ਸ਼ੌਂਕ ਹੈਗਾ, ਠੀਕ ਹੈ। ਕਦੇ ਕਦੇ ਪੇਂਟਿੰਗ ਵੀ ਕਰ ਲੈਂਦੀ ਆ। ਅੱਛਾ, ਸੋ ਬਹੁਤ ਉਹ ਫਿਰ ਆਪਣਾ ਵਿਹਲਾ ਸਮਾਂ ਕਦੀ ਵੀ ਮੈਂ ਅਜਾਈ ਨਹੀਂ ਜਾਣ ਦਿੰਦੀ, ਕਿਉਂਕਿ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਆ ਉਹ ਇਹ ਕਹਿੰਦੀਆਂ ਵੀ ਨਹੀਂ ਨਹੀਂ ਇਹ ਲਿਖਣ ਦਾ ਕੰਮ, ਅਸੀਂ ਨਿਆਣੇ ਕੰਮ, ਰੋਟੀ ਬਣਾਉਣੀ, ਇਹ ਕਰਨਾ, ਤੇ ਸਾਡੇ ਕੋਲ ਸਮਾਂ ਨਹੀਂ ਹੋ ਸਕਦਾ ਇਹ ਤਾਂ ਮਤਲਬ। ਲੇਕਿਨ ਤੁਸੀਂ ਵੀ ਸਾਰਾ ਕੁਝ ਕਰਦੇ ਹੋਏ ਇਸ ਚੀਜ਼ ਨੂੰ ਅੱਗੇ ਲਿਆ ਰਹੇ ਹੋ, ਹਾਂਜੀ। ਔਰ ਬੜੀ ਵਧੀਆ ਗੱਲ ਆ, ਕਿਉਂਕਿ ਇਨਸਾਨ ਨੂੰ ਆਪਣੀ ਜਿਹੜੀ ਹੌਬੀ ਹੈ ਉਹਦੇ ਅੰਦਰ ਜਿਹੜੀ ਕੋਈ ਵਿਕਸਦੀ ਚੀਜ਼ ਆ ਉਸ ਨੂੰ ਜ਼ਰੂਰ ਸਾਹਮਣੇ ਲੈ ਕੇ ਆਉਣਾ ਚਾਹੀਦਾ ਆ। ਤੇ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਜ਼ਰੂਰ ਇਸ ਬਾਰੇ ਦੱਸੋ ਕਿ ਸਮੇਂ 'ਚ ਸਮਾਂ ਕੱਢਣ ਦਾ ਯਤਨ ਕਰਨਾ ਚਾਹੀਦਾ ਆ। ਬਿਲਕੁਲ, ਮੈਂ ਵੀ ਉਹੀ ਕਹਿਣਾ ਸੀ ਕਿ ਸਮਾਂ ਆਉਣਾ ਨਹੀਂ ਹੈਗਾ, ਉਹ ਕੱਢਣਾ ਪੈਣਾ ਆ ਆਪਣੇ ਆਪ ਲਈ। ਹਰ ਇੱਕ ਇਨਸਾਨ ਨੂੰ ਆਪਣੇ ਆਪ ਲਈ ਥੋੜ੍ਹਾ ਟਾਈਮ ਕੱਢਣਾ ਚਾਹੀਦਾ ਹੈ। ਉਹਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਸਕੂਨ ਮਿਲਦਾ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹਦੀ ਤੁਹਾਨੂੰ ਸੈਟਿਸਫੈਕਸ਼ਨ ਮਿਲਦੀ ਹੈ। ਸੋ ਉਸ ਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ ਕਿ ਜੀ ਮੇਰੇ ਕੋਲ ਟਾਈਮ ਹੈ ਨਹੀਂਗਾ। ਸੋ ਸਮਾਂ ਕੱਢੋ, ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ, ਜ਼ਰੂਰ ਕੱਢਣਾ ਚਾਹੀਦਾ, ਕਿਉਂਕਿ ਅਸੀਂ ਵੀ ਕਈ ਵਾਰੀ ਬਹੁਤ ਸਾਰੇ ਪ੍ਰੋਗਰਾਮਾਂ ਉਲੀਕੀ ਦੇ ਹੈਗੇ ਆ ਤੇ ਬੀਬੀਆਂ ਦਾ ਇਹੀ ਕਹਿਣਾ ਹੁੰਦਾ ਆ ਵੀ ਕੋਸ਼ਿਸ਼ ਤਾਂ ਬੜੀ ਕੀਤੀ ਆ, ਬੱਚਿਆਂ ਦੇ ਵਿੱਚੋਂ ਸਮਾਂ ਜਿਹਾ ਨਹੀਂ ਨਿਕਲਿਆ। ਇਹ ਇੱਕ ਖੂਬਸੂਰਤ ਬਹਾਨਾ ਆ ਕਿ ਜਦੋਂ ਕਈ ਵਾਰੀ ਆਪਣੇ ਮਨ ਦੇ ਵਿੱਚ ਹੋਵੇ ਵੀ ਇਹ ਕੰਮ ਨਹੀਂ ਕਰਨਾ ਹੈਗਾ। ਔਰ ਤੁਸੀਂ ਦੱਸਿਆ ਕਿ 2 ਪੁਸਤਕਾਂ ਤੋਂ ਬਾਅਦ ਤੀਸਰੀ ਪੁਸਤਕ ਦਾ ਜਿਹੜਾ ਮਟੀਰੀਅਲ ਹੈ ਉਹ ਲਗਭਗ ਤੁਸੀਂ ਤਿਆਰ ਹੀ ਕਰ ਚੁੱਕਿਆ। ਉਹ ਵੀ ਇਹਨਾਂ ਕਿਤਾਬਾਂ ਵਰਗੀ ਕਿਤਾਬ ਹੈ, ਹਰ ਇੱਕ ਵਿਸ਼ੇ ਨੂੰ ਛੂਹਿਆ ਹੋਇਆ, ਜਾਂ ਉਹ ਕਿਸੇ ਖਾਸ ਚੀਜ਼ ਵੱਲ ਨੂੰ ਪ੍ਰਭਾਵਿਤ ਹੈ ਤੁਹਾਡੀ? ਹਾਂਜੀ, ਉਹ ਵੀ ਸਿਮਿਲਰ ਹਰ ਇੱਕ ਟੌਪਿਕ ਤੇ ਉੱਤੇ ਤੁਹਾਡੀ ਕਵਿਤਾ ਹੈਗੀ। ਠੀਕ ਹੈ। ਤੇ ਉਹ ਤੁਸੀਂ ਜਿਵੇਂ ਗੱਲ ਕੀਤੀ ਕਿ ਤੁਸੀਂ ਰਿਹਰਸਲ ਵੀ ਕਰਦੇ ਹੋ, ਔਰ ਬਹੁਤ ਅੱਛਾ ਤੁਸੀਂ ਤਰਨਮ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਵੀ ਪਾਈ। ਤੇ ਜਾਂਦੇ ਜਾਂਦੇ ਚਾਹਾਂਗੀ ਕਿ ਇੱਕ ਕਵਿਤਾ ਹੋਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ, ਕਿਉਂਕਿ ਤੁਸੀਂ ਸਮਾਂ ਬਹੁਤ ਘੱਟ ਲੈ ਕੇ ਆਏ ਨੇ ਤੇ ਤੁਹਾਨੂੰ ਸਾਹਿਤ ਸੰਸਾਰ ਦੇ ਵਿੱਚ ਪੂਰਾ ਘੰਟਾ 1.5 ਘੰਟਾ ਤਰਨਮ ਦੇ ਵਿੱਚ ਤੁਹਾਡੇ ਕੋਲ ਕਵਿਤਾਵਾਂ ਸੁਣਨੀਆਂ ਸੀਗੀਆਂ। ਤੇ ਜਿੰਨਾ ਵੀ ਸਮਾਂ ਆ, ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਪਲ ਜਿਹੜਾ ਆ ਉਹ ਹੋਵੇ ਵੇਸਟ ਹੋਵੇ। ਹਾਂਜੀ, ਮੇਰੀ ਇੱਕ ਕਵਿਤਾ ਆ, ਮੈਂ ਲਿਖੀ ਸੀ ਕੈਨਵਸ ਤੇ ਵਸ ਕੁਝ ਨਹੀਂ। ਬਹੁਤ ਖੂਬ। ਹਾਂਜੀ ਜੀ। ਮੇਰੀ ਬਣਾਈ ਹੋਈ ਉਹ ਪੇਂਟਿੰਗ ਜਿੰਨੀ ਵਾਰ ਉਸ ਨੂੰ ਦੇਖਦੀ ਅਧੂਰੀ ਹੀ ਲੱਗਦੀ। ਸ਼ਾਇਦ ਉਸ ਵਿੱਚ ਰੰਗ ਭਰਨੇ ਬਹੁਤ ਮੁਸ਼ਕਿਲ ਜਾਪਦੇ ਸਨ। ਬਹੁਤ ਖੂਬ। ਜਾਂ ਜੋ ਰੰਗ ਮੈਂ ਭਰਨਾ ਚਾਹੁੰਦੀ ਸਾਂ ਉਹ ਉੱਥੇ ਫਿੱਟ ਨਹੀਂ ਸਨ ਹੁੰਦੇ। ਸ਼ਾਇਦ ਇਸੇ ਕਰਕੇ ਹੀ ਮੇਰੀ ਇਹ ਪੇਂਟਿੰਗ ਅਧੂਰੀ ਹੀ ਰਹੀ। ਬਹੁਤ ਖੂਬ। ਬਿਲਕੁਲ ਮੇਰੇ ਵਾਂਗ, ਜਿਸ ਵਿੱਚ ਮੈਂ ਕਦੇ ਵੀ ਆਪਣੇ ਮਨ ਚਾਹੇ ਰੰਗ ਨਾ ਭਰ ਸਕੀ। ਕੀ ਬਾਤ ਹੈ, ਬਹੁਤ ਖੂਬ। ਇਸ ਦੇ ਨਾਲ ਨਾਲ ਹੀ ਤੁਹਾਡਾ ਜਿਹੜਾ ਪੇਂਟਿੰਗ ਦਾ ਸ਼ੌਂਕ ਆ ਉਹ ਵੀ ਆਪਣੇ ਆਪ ਉਜਾਗਰ ਹੋ ਗਿਆ, ਤੇ ਅਸੀਂ ਤੁਹਾਡੇ ਲਈ ਬਹੁਤ ਸ਼ੁਭ ਇਛਾਵਾਂ ਕਰਦੇ ਹਾਂ ਕਿ ਉਹ ਰੰਗ ਜ਼ਰੂਰ ਤੁਹਾਨੂੰ ਮਿਲ ਜਾਏ ਜਿਹੜਾ ਜਿਸ ਦੇ ਕਾਰਨ ਜਿਹੜੀ ਪੇਂਟਿੰਗ ਹੈ ਉਹ ਅਧੂਰੀ ਜਿਹੀ ਜਾਪਦੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬੀ ਸਾਹਿਤ ਲਈ ਇਸੇ ਤਰ੍ਹਾਂ ਹੀ ਆਪਣੀਆਂ ਜਿਹੜੀਆਂ ਸੇਵਾਵਾਂ ਪੇਸ਼ ਕਰਦੇ ਰਹੋ। ਬਲਬੀਰ ਜੀ, ਸਟੂਡੀਓ ਦੇ ਵਿੱਚ ਆਉਣ ਲਈ ਔਰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਹਾਡੀ ਅਗਲੀ ਕਿਤਾਬ ਆਏਗੀ ਜ਼ਰੂਰ ਆਪਣੇ ਦਰਸ਼ਕਾਂ ਦੇ ਰੂਬਰੂ ਆਪ ਜੀ ਨੂੰ ਲੈ ਕੇ ਆਵਾਂਗੇ। ਬਹੁਤ ਬਹੁਤ ਸ਼ੁਕਰੀਆ ਗੁਰਦੀਸ਼ ਭੈਣ ਜੀ, ਤੁਸੀਂ ਇਸ ਪ੍ਰੋਗਰਾਮ 'ਚ ਮੈਨੂੰ ਇਨਵਾਈਟ ਕੀਤਾ ਅੱਜ। ਥੈਂਕ ਯੂ ਬਹੁਤ ਬਹੁਤ। ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ।